ਕਿੰਨੇ ਦਿਨ ਚੱਲਦਾ ਹੈ ਜਿਹੜਾ ਪ੍ਰੋਸੈਸ ਚੱਲਦਾ ਹੈ ਜਾਂ ਕਿੰਨੇ ਦਿਨਾਂ ਦੇ ਲਈ ਰੋਜ਼ਾ ਰੱਖਣੇ ਪੈਂਦੇ ਨੇ? ਇਸਲਾਮ ਜਿਹੜਾ ਹੁਣ ਸਾਡੇ ਕੋਲ ਮੌਜੂਦ ਹੈ ਧਰਮ, ਇਹ ਅੱਲਾਹ ਤਾਲਾ ਦੇ ਦੀਨ ਦਾ ਸਭ ਤੋਂ ਲੇਟੈਸਟ ਵਰਜ਼ਨ ਹੈ। ਮਤਲਬ ਆਦਮ ਅਲੈਹਿਸਲਾਮ ਤੋਂ ਇਸਲਾਮ ਜਿਹੜਾ ਸ਼ੁਰੂ ਹੋਇਆ, ਉਸ ਤੋਂ ਬਾਅਦ ਹਰ ਨਬੀ ਆਂਦਾ ਰਿਹਾ, ਉਹਨੂੰ ਅਲੱਗ-ਅਲੱਗ ਕਾਨੂੰਨ ਮਿਲਦੇ ਰਹੇ। ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਅੱਜ ਤੋਂ 1450 ਸਾਲ ਪਹਿਲਾਂ ਆਏ ਤੇ ਉਹਨਾਂ ਦੀ ਉਮਤ ਦੇ ਉੱਤੇ ਰੋਜ਼ੇ ਫਰਜ਼ ਕਰ ਦਿੱਤੇ ਗਏ। ਫਰਮਾਇਆ ਤੁਹਾਡੇ ਤੇ ਰੋਜ਼ੇ ਫਰਜ਼ ਕੀਤੇ ਜਿੱਦਾਂ ਪਹਿਲੀ ਉਮਤਾਂ ਤੇ ਕੀਤੇ ਸੀ। ਕਿਉਂ ਕੀਤੇ ਅੱਲਾ ਜੀ? ਫਰਮਾਇਆ ਤਾਂ ਕਿ ਤੁਸੀਂ ਚੰਗੇ ਬੰਦੇ ਬਣ ਜਾਓ। ਇਹ ਆ ਗਿਆ ਲੌਜੀਕਲੀ ਫੈਕਟ ਕਿ ਵੀ ਰੋਜ਼ਾ ਕਿਉਂ ਰੱਖਣਾ ਹੈ, ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਰੋਜ਼ਾ ਰੱਖਣ ਵਾਲਾ ਬੰਦਾ ਚੰਗਾ ਬਣ ਜਾਏ। 30 ਰੋਜ਼ੇ ਜਿਹੜੇ ਹੈ ਉਹ ਫਰਜ਼ ਕੀਤੇ ਗਏ। रमज़ान के महीने में अल्लाह ताला ने कहा भी ये मेरा महीना है, मतलब ये जो कुछ नेकी होएगी अल्लाह फरमांदे भी ਇਹਦਾ ਜਿਹੜਾ बदला है वो मैं आप दवांगा। तो ये ਜਿਹੜੇ 30 रोज़े है कुरान ने क्योंकि दसता कि रोज़े पहला भी फर्ज थी ਤੁਹਾਡੇ ਤੇ भी करते, लेकिन कीते क्यों है? ताकि तुसी चंगे बंदे बन जाओ। तो रोज़े का मतलब सिर्फ भुखा रहना नहीं है, लोगों को चंगियाई दे वास्ते तोड़ना। सवाल हर एक दे जहन दे विच हुंदा जरूर है, कई जने पुछदे नहीं हैगे कि इत्थे रिस्ट्रिक्शन तो नहीं हैगी कि हाँ भी जिवें कह रहे ने जी औरतां नहीं रख सकदियां हैगियां जां मर्द ही रख सकदे ने, इदां तां नहीं कदे हैगा? नहीं, औरतां और मर्दां दा कोई इहदे च मसला नहीं है। रमज़ान दा रोज़ा सारियां ते फर्ज कीता गया, मर्दां ते औरतां ते। सिर्फ 2 कैटागरियां, एक तो बहुत कोई ज़्यादा बीमार होए या बहुत ज़्यादा कोई बूढ़ा आदमी या औरत, ਉਹਦੇ ਲਈ ਹੁਕਮ ਹੈ ਕਿ ਵੀ ਉਹ ਰੋਜ਼ਾ ਛੱਡ ਸਕਦਾ ਹੈ। ਉਹਦਾ ਰੋਜ਼ਾ ਛੱਡਣ ਦਾ ਕੋਈ ਵੀ ਹੁਕਮ ਜਿਹੜਾ ਨਹੀਂ ਦਿੱਤਾ ਗਿਆ। ਤੇ ਹੁਣ ਰੋਜ਼ੇ ਰਖਵਾ ਕਿਉਂ ਰਹੇ ਹਨ? ਇਹਦੇ ਤੇ ਅਗਰ ਵਿਸਤਾਰ ਨਾਲ ਅਸੀਂ ਗੱਲ ਕਰੀਏ ਤੇ ਤੁਸੀਂ ਅਗਰ ਮੁਸਲਮਾਨਾਂ ਨੂੰ ਦੇਖੋਗੇ ਜਾਂ ਆਮ ਜੋ ਚਰਚਾ ਹੁੰਦੀ ਹੈ, ਕਈ ਲੋਕੀ ਇਹ ਸਮਝਦੇ ਵੀ ਪਾਣੀ ਪੀ ਲਿਆ ਤੇ ਰੋਜ਼ਾ ਟੁੱਟ ਜਾਣਾ। ਅੱਛਾ, ਇਹ ਤਾਂ ਲੌਜੀਕਲੀ ਪਤਾ ਹੀ ਹੈ ਕਿ ਰੋਜ਼ਾ ਜਿਹੜਾ ਹੈ ਇਹ ਐਸਾ ਵਰਤ ਹੈ ਕਿ ਇਹ 'ਚ ਸਵੇਰੇ ਸਰਗੀ ਵੇਲੇ, ਮਤਲਬ ਜਦੋਂ ਅੰਮ੍ਰਿਤ ਵੇਲਾ ਹੁੰਦਾ, ਜਦੋਂ ਹਜੇ ਸੂਰਜ ਨਹੀਂ ਨਿਕਲਿਆ ਹੁੰਦਾ, ਅੱਲਾ ਦਾ ਹੁਕਮ ਹੈ ਵੀ ਅੰਮ੍ਰਿਤ ਵੇਲੇ ਤੱਕ ਜੋ ਖਾ ਪੀ ਸਕਦੇ ਹੋ ਖਾ ਲਓ, ਉਸ ਤੋਂ ਬਾਅਦ ਨਹੀਂ ਕੁਝ ਖਾਣਾ। ਫਿਰ ਹੁਕਮ ਹੈ ਜਦੋਂ ਸੂਰਜ ਢਲ ਜਾਵੇ, ਵਾਪਸ ਚਲਾ ਜਾਏ, ਛੁਪ ਜਾਵੇ। ਅਗਰ ਆਪਾਂ ਦੇਖੀਏ ਤੇ ਭਾਰਤ ਦੇ ਵਿੱਚ ਵੀ ਪਿਛਲੇ ਤੋਂ 2-3 ਸਾਲਾਂ ਤੋਂ ਅਸੀਂ ਜਿਹੜੇ ਰੋਜ਼ੇ ਰੱਖ ਰਹੇ 14 ਘੰਟੇ ਦੇ, 15 ਘੰਟੇ ਦੇ, 16 ਘੰਟੇ ਦੇ ਰੋਜ਼ੇ ਜਿਹੜੇ 16 ਘੰਟੇ ਭੁੱਖਾ ਰਹਿਣ ਦਾ ਹੁਕਮ, 16 ਘੰਟੇ ਪਾਣੀ ਵੀ ਨਹੀਂ ਪੀਣਾ, 16 ਘੰਟੇ ਕੁਝ ਖਾਣਾ ਨਹੀਂ। ਤੇ ਇਹ ਐਡੀ ਵੱਡੀ ਜਿਹੜੀ ਮੈਂ ਸਮਝਦਾ ਤਬਦੀਲੀ ਫਿਜ਼ੀਕਲੀ ਤੌਰ ਤੇ ਬੰਦੇ 'ਚ ਲਿਆਈ ਜਾਂਦੀ ਹੈ। ਲਗਾਤਾਰ 30 ਦਿਨ ਦੇ ਰਹੀ, ਲਗਾਤਾਰ 30 ਦਿਨ। ਇਹਦਾ ਲੌਜੀਕਲੀ ਮਤਲਬ ਇਹ ਹੈ ਕਿ ਕਈ ਕਹਿੰਦੇ ਪਾਣੀ ਪੀਣ ਨਾਲ ਰੋਜ਼ਾ ਟੁੱਟ ਜਾਂਦਾ। ਇਹ ਤਾਂ ਪਤਾ ਹੀ ਹੈ ਵੀ ਪਾਣੀ ਪੀਤਾ ਰੋਜ਼ਾ ਟੁੱਟ ਜਾਣਾ, ਕੁਝ ਖਾਧਾ ਰੋਜ਼ਾ ਟੁੱਟ ਜਾਣਾ। ਲੇਕਿਨ ਅੱਲਾਹ ਦੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਰੋਜ਼ਾ ਢਾਲ ਹੈ। ਤਲਵਾਰ ਦੇ ਨਾਲ ਢਾਲ ਹੁੰਦੀ ਹੈ ਨਾ ਜੀ, ਫਰਮਾਇਆ ਰੋਜ਼ਾ ਢਾਲ ਹੈ, ਮੂਮਿਨ ਦੇ ਲਈ, ਰੋਜ਼ੇਦਾਰ ਦੇ ਲਈ ਢਾਲ ਹੈ, ਜਦ ਤੱਕ ਉਹ ਇਹਨੂੰ ਫਾੜ ਨਹੀਂ ਦਿੰਦਾ। ਮਤਲਬ ਅਗਰ ਢਾਲ ਫਟ ਜਾਵੇ ਤੇ ਬੰਦਾ ਜ਼ਖਮੀ ਹੋ ਜਾਊਗਾ, ਜ਼ਾਹਿਰ ਜੀ ਗੱਲ ਹੈ, ਕੋਈ ਉੱਤੇ ਸੱਟ ਮਾਰੇਗਾ, ਢਾਲ ਜੇ ਫਟ ਗਈ ਤੇ ਜ਼ਖਮੀ ਹੈ। ਫਰਮਾਇਆ ਰੋਜ਼ਾ ਢਾਲ ਹੈ ਰੋਜ਼ੇਦਾਰ ਦੇ ਲਈ। ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਜਦ ਤੱਕ ਉਹਨੂੰ ਫਾੜ ਨਹੀਂ ਦਿੰਦਾ। ਫਟੇਗੀ ਕਿੱਦਾਂ? ਅਗਰ ਰੋਜ਼ਾ ਰੱਖ ਕੇ ਤੁਸੀਂ ਝੂਠ ਬੋਲਦੇ ਹੋ ਤੇ ਰੋਜ਼ਾ ਖਤਮ। ਰੋਜ਼ਾ ਰੱਖ ਕੇ ਅਗਰ ਤੁਸੀਂ ਹਰਾਮ ਦੇ ਪੈਸੇ ਜੇਬ 'ਚ ਪਾ ਰਹੇ ਹੋ, ਮਤਲਬ ਰਿਸ਼ਵਤ ਲੈ ਰਹੇ ਹੋ ਜਾਂ ਰਿਸ਼ਵਤ ਦੇ ਰਹੇ ਹੋ। ਰੋਜ਼ਾ ਰੱਖ ਕੇ ਅਗਰ ਤੁਸੀਂ ਆਪਣੇ ਮਾਂ-ਬਾਪ ਦੇ ਅੱਗੇ ਬਦਤਮੀਜ਼ੀ ਨਾਲ ਗੱਲ ਕਰਦੇ ਹੋ, ਰੋਜ਼ਾ ਰੱਖ ਕੇ ਅਗਰ ਤੁਸੀਂ ਗੁਆਂਢੀ ਨਾਲ ਰੜਕਾਂ ਕੱਢਦੇ ਹੋ, ਰੋਜ਼ਾ ਰੱਖ ਕੇ ਅਗਰ ਦਿਲ ਦੇ ਵਿੱਚ ਬੁਰਾਈ ਰੱਖਦੇ ਹੋ, ਇਹ ਫਿਜ਼ੀਕਲੀ ਤੌਰ ਤੇ ਭੁੱਖੇ ਰਹਿਣ ਦਾ ਹੁਕਮ ਤਾਂ ਆਇਆ ਕਿ ਜਿੱਦਾਂ ਹੀ ਮੈਂ ਹੁਣ ਰੋਜ਼ਾ ਰੱਖਿਆ ਤੇ ਮੈਂ ਸਵੇਰੇ ਸਰਗੀ ਕਰਕੇ ਨਮਾਜ਼ ਪੜ੍ਹ ਕੇ ਲੇਟ ਗਿਆ, 10 ਵਜੇ ਉੱਠਿਆ ਆਫਿਸ ਜਾਣ ਲਈ, ਤੇ ਮੈਂ ਸਮਝੋ ਕਿ ਅਗਰ ਪ੍ਰੈਕਟੀਕਲੀ ਕੋਈ 1-2 ਗਲਤ ਕੰਮ ਕਰਦਾ ਵੀ ਹੋਇਆ, ਅਗਰ ਰਮਜ਼ਾਨ ਦੇ ਵਿੱਚ ਜਿੱਦਾਂ ਹੀ ਮੇਰੇ ਦਿਮਾਗ 'ਚ ਆਏਗਾ ਕਿ ਅੱਛਾ ਉਹ ਫਲਾਣੇ ਦੇ ਨਾਲ ਮੈਂ ਬੁਰਾਈ ਕਰਨੀ ਹੈ, ਫੌਰਨ ਮੈਨੂੰ ਆ ਢਿੱਡ ਯਾਦ ਦਿਲਾਉਂਦਾ ਕਿ ਸਟਮਕ ਅੱਜ ਤਾਂ ਖਾਲੀ ਹੈ ਤਾਂ ਕਿ ਤੂੰ ਕੁਝ ਅਲੱਗ ਕਰ ਰਿਹਾ। ਅਲੱਗ ਕੀ ਕਰ ਰਿਹਾ? ਕਿ ਤੂੰ ਰੋਜ਼ਾ ਰੱਖਿਆ, ਅੱਲਾ ਨੇ ਵਾਅਦਾ ਕੀਤਾ ਕਿ ਅੱਜ ਤੂੰ ਗਲਤ ਕੰਮ ਨਹੀਂ ਕਰਨਾ। ਇਸਲਾਮ ਨੇ ਰੋਜ਼ਾ 30 ਦਿਨ ਦਾ ਤਾਂ ਰੱਖਿਆ। ਅੱਲਾਹ ਤਾਲਾ ਇਹ ਚਾਹੁੰਦੇ ਆ ਕਿ ਜਿਹੜੀਆਂ ਬੁਰੀਆਂ ਆਦਤਾਂ ਪਈਆਂ ਉਹ 30 ਦਿਨ 'ਚ ਖਤਮ ਹੋਣ। ਉਹਨਾਂ ਬੁਰੀਆਂ ਆਦਤਾਂ ਦੀ ਜਗ੍ਹਾ ਚੰਗੀ ਆਦਤਾਂ 30 ਦਿਨ 'ਚ ਤੁਹਾਡੀਆਂ ਬਣ ਜਾਣ। ਅਗਰ ਆਪਾਂ ਕਹੀਏ ਇਹ ਸਾਰੇ ਧਰਮਾਂ ਵਾਲੇ ਇੱਕ ਧਰਮ ਨੂੰ ਤਾਂ ਨਹੀਂ ਮੰਨਦੇ, ਸਾਰੇ ਧਰਮਾਂ ਵਾਲੇ ਇੱਕ ਚੀਜ਼, ਇੱਕ ਲਿਖਾਈ ਨੂੰ ਨਹੀਂ ਮੰਨਦੇ। ਸਿਰਫ ਸਾਡੀ ਇੱਕ ਮਿੱਟੀ, ਦੂਜੀ ਸਾਡੀ ਮਾਂ ਬੋਲੀ। ਤੁਸੀਂ ਅਮਰੀਕਾ ਚਲੇ ਜਾਓ
ਤੇ ਪੰਜਾਬੀ ਬੋਲਣ ਵਾਲਾ ਮਿਲ ਜਾਏ, ਭਾਵੇਂ ਮੁਸਲਮਾਨ ਮਿਲ ਜਾਏ, ਭਾਵੇਂ ਸਿੱਖ ਮਿਲ ਜਾਏ, ਭਾਵੇਂ ਹਿੰਦੂ ਮਿਲ ਜਾਏ, ਭਾਵੇਂ ਦਲਿਤ ਮਿਲ ਜਾਏ, ਭਾਵੇਂ ਜੈਨੀ ਮਿਲ ਜਾਏ, ਇੱਕ ਵਾਰੀ ਤੁਹਾਡੀ ਰੂਹ ਖੁਸ਼ ਹੋ ਜਾਊਗੀ ਪੰਜਾਬੀ ਭਰਾ ਮਿਲ ਗਿਆ। ਤੇ ਇਸ ਲਈ ਮੈਂ ਸਾਰਿਆਂ ਨੂੰ, ਤੇ ਸਿਰਫ ਪੰਜਾਬੀਆਂ ਹੀ ਨੂੰ ਨਹੀਂ, ਕਈ ਲੋਕੀ ਇੱਥੇ ਆ ਕੇ ਬਸੇ, ਮੈਂ ਉਹਨਾਂ ਨੂੰ ਵੀ ਕਿਹਾ ਕਿ ਆਪਣੀ ਮਾਂ ਬੋਲੀ ਨਾ ਛੱਡਿਓ। ਆਪਣਾ ਜਿਹੜਾ ਪਿਛੋਕੜ ਹੈ, ਜਿੱਥੋਂ ਆਏ ਹੋ ਕੋਈ ਗੱਲ ਨਹੀਂ, ਅਗਰ ਬਸ ਵੀ ਗਏ ਹੋ, ਲੇਕਿਨ ਆਪਣਾ ਪਿਛੋਕੜ, ਆਪਣੀ ਸਭਿਅਤਾ, ਆਪਣੀ ਮਾਂ ਬੋਲੀ ਨੂੰ ਜਾਤੀ ਫੜ ਕੇ ਰੱਖੋਗੇ ਨਾ, ਤੇ ਮੈਂ ਸਮਝਦਾ ਤੁਹਾਡੀਆਂ ਜੜ੍ਹਾਂ ਇੰਨੀਆਂ ਕੁ ਮਜ਼ਬੂਤ ਹੋਣਗੀਆਂ ਕਿ ਜਿੰਨੇ ਮਰਜ਼ੀ ਤੂਫਾਨ ਆਈ ਜਾਣ, ਤੁਹਾਡੀ ਕੋਈ ਜੜ ਨਹੀਂ ਪੱਟ ਸਕੇਗਾ। ਇਸਲਾਮ ਦੀ ਵਿਆਖਿਆ 'ਚ ਲਿਖਿਆ ਕਿ ਖੁਦਾ ਦੀ ਇਬਾਦਤ, ਇੱਕ ਰਸੂਲ ਨੂੰ ਮੰਨਣ ਦੇ ਨਾਲ ਨਾਲ ਦੂਸਰੇ ਬੰਦੇ ਨੂੰ ਸਤਿਕਾਰ ਦੇਣਾ। ਮਿਸਾਲ ਦੇ ਤੌਰ ਤੇ ਤੁਸੀਂ ਸਰਦਾਰ ਹੋ ਤੇ ਮੈਂ ਤੁਹਾਨੂੰ ਇਸੀ ਪਹਿਨਾਵੇ 'ਚ ਸਤਿਕਾਰ ਦੇਵਾਂ ਕਿਉਂਕਿ ਤੁਹਾਨੂੰ ਅੱਛਾ ਲੱਗਦਾ ਹੈ, ਤੁਹਾਡੇ ਗੁਰੂ ਸਾਹਿਬ ਦਾ ਹੁਕਮ ਹੈ। ਅਗਰ ਕੋਈ ਬੰਦਾ ਘੇਰਵੇ ਕੱਪੜੇ ਪਾ ਕੇ ਆ ਗਿਆ ਤੇ ਮੈਨੂੰ ਉਹਦੇ 'ਚ ਅੱਛਾ ਲੱਗਣਾ ਚਾਹੀਦਾ, ਔਰ ਮੈਂ ਅਗਰ ਇਸ ਸੂਰਤ 'ਚ ਕਿਸੇ ਕੋਲ ਜਾ ਰਿਹਾ ਤੇ ਉਹ ਮੈਨੂੰ ਕੜੱਤਨ ਨਾਲ ਨਾ ਦੇਖੇ। ਤੇ ਇਹੀ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਕਿ ਦੁਨੀਆ 'ਚ ਅੱਜ ਦੇ ਟਾਈਮ 'ਚ ਅਗਰ ਕੋਈ ਕੜੱਤਨ ਖਤਮ ਕਰ ਸਕਦਾ ਹੈ ਤੇ ਮੇਰੇ ਹਿਸਾਬ ਨਾਲ ਉਹ ਪੰਜਾਬੀ ਹੈ। ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਇਸ ਵੇਲੇ ਅਸੀਂ ਲੁਧਿਆਣੇ ਵਿਖੇ ਮੌਜੂਦ ਹਾਂ, ਜਾਮਾ ਮਸਜਿਦ ਦੇ ਵਿੱਚ ਮੌਜੂਦ ਹਾਂ। ਇਸ ਵੇਲੇ ਇਤਿਹਾਸਿਕ ਜਾਮਾ ਮਸਜਿਦ, ਕਈ ਲੋਕਾਂ ਨੂੰ ਇਸ ਦੇ ਇਤਿਹਾਸ ਦੇ ਬਾਰੇ ਨਹੀਂ ਪਤਾ ਕਿ ਇਤਿਹਾਸ ਜਾਮਾ ਮਸਜਿਦ ਦਾ ਕੀ ਸੀ। ਅੱਜ ਇਤਿਹਾਸ ਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਇਸ ਦੇ ਨਾਲ ਨਾਲ ਜੋ ਰੋਜ਼ੇ ਦੀ ਸ਼ੁਰੂਆਤ ਹੋ ਰਹੀ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਪੰਜਾਬ ਦੇ ਸ਼ਾਹੀ ਇਮਾਮ ਮੌਜੂਦ ਨੇ। ਇਮਾਮ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਆਦਾਬ ਜੀ। ਇਮਾਮ ਸਾਹਿਬ, ਜਿਵੇਂ ਰੋਜ਼ੇ ਦੀ ਗੱਲ ਕੀਤੀ ਜਾਂਦੀ ਹੈ, ਪਹਿਲਾਂ ਰੋਜ਼ੇ ਤੋਂ ਸ਼ੁਰੂਆਤ ਕਰਨਾ ਚਾਹੁੰਦਾ ਮੈਂ। ਰੋਜ਼ੇ ਕਿਉਂ ਰੱਖੇ ਜਾਂਦੇ ਨੇ ਤੇ ਇਹਨਾਂ ਦੀ ਅਹਿਮੀਅਤ ਕੀ ਹੈ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਕਰਦਾ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ। ਅੱਜ 2022 ਦਾ ਪਹਿਲਾ ਰੋਜ਼ਾ ਹੈ ਔਰ ਪੂਰੀ ਦੁਨੀਆ ਦੇ ਵਿੱਚ ਰਮਜ਼ਾਨ ਸ਼ਰੀਫ ਜਿਹੜਾ ਹੈ ਉਹ ਮੁਸਲਮਾਨਾਂ ਦੇ ਦਰਮਿਆਨ ਬਹੁਤ ਹੀ ਬੜੀ ਖੁਸ਼ੀਆਂ ਦੇ ਨਾਲ ਮਨਾਇਆ ਜਾਣਾ ਜਾ ਰਿਹਾ ਹੈ। ਰੋਜ਼ਾ ਕਿਉਂ ਰੱਖਿਆ ਜਾਂਦਾ ਹੈ? ਔਰ ਅਗਰ ਮੈਂ ਇਹ ਵੀ ਗੱਲ ਕਰਾਂ ਕਿ ਰੋਜ਼ੇ ਦਾ ਪਿਛੋਕੜ ਕੀ ਹੈ, ਮਤਲਬ ਪਹਿਲੀ ਦਫਾ ਰੋਜ਼ਾ ਕਿਦੋਂ ਰੱਖਿਆ ਗਿਆ, ਰੋਜ਼ੇ ਦਾ ਰੱਖਣ ਦਾ ਫਿਜ਼ੀਕਲੀ ਕੀ ਫਾਇਦਾ ਹੈ ਔਰ ਧਾਰਮਿਕ ਤੌਰ ਤੇ ਰੋਜ਼ੇ ਦਾ ਕੀ ਮਤਲਬ ਹੈ ਔਰ ਰੋਜ਼ੇ ਦੇ ਨਾਲ ਕੀ ਫਾਇਦੇ ਹੋਣ ਵਾਲੇ ਆ। ਅਗਰ ਸਭ ਤੋਂ ਪਹਿਲਾਂ ਅਸੀਂ ਇਤਿਹਾਸ ਦੀ ਗੱਲ ਕਰਦੇ ਤੇ ਸਾਡੀਆਂ ਕਿਤਾਬਾਂ 'ਚ ਮਿਲਦਾ ਕਿ ਅੱਜ ਤੋਂ ਸਦੀਆਂ ਪਹਿਲਾਂ ਇੱਕ ਬਾਦਸ਼ਾਹ ਸੀ ਤੇ ਉਹਦੇ ਦੇਸ਼ ਦੇ ਇੱਕ ਹਿੱਸੇ ਦੇ ਵਿੱਚ ਕਹਿਤ ਪੈ ਗਿਆ। ਜਦ ਉਸ ਹਿੱਸੇ 'ਚ ਕਹਿਤ ਪੈ ਗਿਆ ਤੇ ਉਹ ਬਾਦਸ਼ਾਹ ਜਿਹੜਾ ਸੀਗਾ ਉਹ ਅੱਲਾਹ ਤਾਲਾ ਦੇ ਨਬੀਆਂ ਦੀ ਉਹਦੇ 'ਚੋਂ ਸੀ ਤੇ ਕਹਿਤ ਪੈ ਗਿਆ ਤੇ ਕੀ ਕੀਤਾ ਜਾਵੇ। ਬਾਦਸ਼ਾਹ ਨੇ ਆਪਣੇ ਵਜ਼ੀਰਾਂ ਨੂੰ ਬੁਲਾਇਆ, ਸਲਾਹ ਕੀਤੀ। ਮਿਸਾਲ ਦੇ ਤੌਰ ਤੇ ਜਿੱਦਾਂ ਆਪਾਂ ਸਮਝੋ ਪੰਜਾਬ, ਹਰਿਆਣਾ, ਹਿਮਾਚਲ ਹੈ, ਇੱਕ ਸੂਬੇ 'ਚ ਕਹਿਤ ਹੈ, ਦੂਜੇ 'ਚ ਸਭ ਕੁਝ ਹੈਗਾ। ਇਹਨਾਂ ਨੇ ਸਲਾਹ ਕੀਤੀ ਵੀ ਆਪਾਂ ਸਾਰੇ ਇਦਾਂ ਕਰਦੇ ਹਾਂ ਕਿ ਇੱਕ ਟਾਈਮ ਦੀ ਰੋਟੀ ਖਾਣੀ ਛੱਡ ਦਿੰਦੇ, ਉਹ ਜਿੰਨਾ ਰਾਸ਼ਨ ਬਣਦਾ ਇੱਕ ਟਾਈਮ ਦਾ ਉਹ ਉੱਥੇ ਭੇਜਦੇ ਆ ਜਿੱਥੇ ਕਹਿਤ ਪਿਆ ਹੋਇਆ। ਤੇ ਉਹਨੇ ਇਦਾਂ ਹੀ ਕੀਤਾ ਕਿ ਜਿਸ ਮੁਲਕ ਦੇ ਹਿੱਸੇ 'ਚ ਕਹਿਤ ਸੀਗਾ, ਮਿਸਾਲ ਦੇ ਤੌਰ ਤੇ ਸਵੇਰ ਸ਼ਾਮ ਲੋਕ ਖਾਣਾ ਖਾਂਦੇ ਸੀ ਤੇ ਇੱਕ ਟਾਈਮ ਦਾ ਖਾਣਾ ਉਹਨਾਂ ਨੇ ਆਪਣਾ ਦੂਸਰੇ ਸੂਬੇ ਨੂੰ ਘੱਲਣਾ ਸ਼ੁਰੂ ਕਰਤਾ। ਅੱਲਾਹ ਤਾਲਾ ਨੂੰ ਇਹ ਗੱਲ ਬੜੀ ਪਸੰਦ ਆਈ ਕਿ ਵੀ ਇਸ ਬਾਦਸ਼ਾਹ ਦਾ ਜਿਹੜਾ ਫੈਸਲਾ ਹੈ ਇਹ ਤਾਂ ਚੈਰਿਟੀ ਵਾਲਾ ਫੈਸਲਾ ਹੈ, ਇਹ ਤਾਂ ਲੋਕਾਂ ਦੀ ਭਲਾਈ ਵਾਲਾ ਫੈਸਲਾ ਹੈ। ਤੇ ਹੁਕਮ ਹੋਇਆ ਕਿ ਵੀ ਅਸੀਂ ਇਸ ਫੈਸਲੇ ਨੂੰ ਵੀ ਹੁਣ ਸਵਾਬ ਦੀ, ਮਤਲਬ ਪੁੰਨ ਦੀ ਕੈਟਾਗਰੀ ਦੇ ਵਿੱਚ ਪਾਤਾ ਵੀ ਇਹ ਨੇਕੀ ਹੈ, ਇਹ ਇਕੱਲਾ ਗੌਰਮੈਂਟ ਦਾ ਕੰਮ ਨਹੀਂ ਹੈ, ਇਹ ਹੁਣ ਨੇਕੀ 'ਚ ਗਿਣਿਆ ਜਾਏਗਾ ਕਿ ਜਿਹੜੇ ਲੋਕ ਆਪਣਾ ਇੱਕ ਟਾਈਮ ਦਾ ਖਾਣਾ ਛੱਡ ਕੇ ਤੇ ਫਿਰ ਉਹੀ ਨੇਕੀ ਅੱਗੇ ਜਾ ਕੇ ਰੋਜ਼ੇ ਦੀ ਸ਼ਕਲ ਦੇ ਵਿੱਚ ਤਬਦੀਲ ਹੋ ਗਈ। ਕਿੰਨੇ ਦਿਨ ਚੱਲਦਾ ਹੈ ਜਿਹੜਾ ਪ੍ਰੋਸੈਸ ਚੱਲਦਾ ਹੈ, ਜਾਂ ਕਿੰਨੇ ਦਿਨਾਂ ਦੇ ਲਈ ਰੋਜ਼ੇ ਰੱਖਣੇ ਪੈਂਦੇ ਨੇ? ਇਸਲਾਮ ਜਿਹੜਾ ਹੁਣ ਸਾਡੇ ਕੋਲ ਮੌਜੂਦ ਹੈ ਧਰਮ, ਇਹ ਅੱਲਾਹ ਤਾਲਾ ਦੇ ਦੀਨ ਦਾ ਸਭ ਤੋਂ ਲੇਟੈਸਟ ਵਰਜ਼ਨ ਹੈ। ਮਤਲਬ ਆਦਮ ਅਲੈਹਿਸਲਾਮ ਤੋਂ ਇਸਲਾਮ ਜਿਹੜਾ ਸ਼ੁਰੂ ਹੋਇਆ, ਉਸ ਤੋਂ ਬਾਅਦ ਹਰ ਨਬੀ ਆਉਂਦਾ ਰਿਹਾ, ਉਹਨੂੰ ਅਲੱਗ-ਅਲੱਗ ਕਾਨੂੰਨ ਮਿਲਦੇ ਰਹੇ। ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਅੱਜ ਤੋਂ 1450 ਸਾਲ ਪਹਿਲਾਂ ਆਏ ਤੇ ਉਹਨਾਂ ਦੀ ਉਮਤ ਦੇ ਉੱਤੇ ਰੋਜ਼ੇ ਫਰਜ਼ ਕਰ ਦਿੱਤੇ ਗਏ। ਫਰਮਾਇਆ ਤੁਹਾਡੇ ਤੇ ਰੋਜ਼ੇ ਫਰਜ਼ ਕੀਤੇ ਜਿੱਦਾਂ ਪਹਿਲੀ ਉਮਤਾਂ ਤੇ ਕੀਤੇ ਸੀ। ਕਿਉਂ ਕੀਤੇ ਅੱਲਾ ਜੀ? ਫਰਮਾਇਆ ਤਾਂ ਕਿ ਤੁਸੀਂ ਚੰਗੇ ਬੰਦੇ ਬਣ ਜਾਓ। ਇਹ ਆ ਗਿਆ ਲੌਜੀਕਲੀ ਫੈਕਟ ਕਿ ਵੀ ਰੋਜ਼ਾ ਕਿਉਂ ਰੱਖਣਾ, ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਰੋਜ਼ਾ ਰੱਖਣ ਵਾਲਾ ਬੰਦਾ ਚੰਗਾ ਬਣ ਜਾਏ। 30 ਰੋਜ਼ੇ ਜਿਹੜੇ ਹੈ ਉਹ ਫਰਜ਼ ਕੀਤੇ ਗਏ। ਰਮਜ਼ਾਨ ਦੇ ਮਹੀਨੇ ਨੂੰ ਅੱਲਾਹ ਤਾਲਾ ਨੇ ਕਿਹਾ ਵੀ ਇਹ ਮੇਰਾ ਮਹੀਨਾ ਹੈ, ਮਤਲਬ ਇਹਦੇ 'ਚ ਜੋ ਕੁਛ ਨੇਕੀ ਹੋਏਗੀ ਅੱਲਾਹ ਫਰਮਾਉਂਦੇ ਵੀ ਇਹਦਾ ਜਿਹੜਾ ਬਦਲਾ ਹੈ ਉਹ ਮੈਂ ਆਪ ਦੇਵਾਂਗਾ। ਤੇ ਇਹ ਜਿਹੜੇ 30 ਰੋਜ਼ੇ ਹੈ,
ਕੁਰਾਨ ਨੇ ਕਿਉਂਕਿ ਦੱਸਤਾ ਕਿ ਰੋਜ਼ੇ ਪਹਿਲਾਂ ਵੀ ਫਰਜ਼ ਸੀ, ਤੁਹਾਡੇ ਤੇ ਵੀ ਕਰਤੇ, ਲੇਕਿਨ ਕੀਤੇ ਕਿਉਂ ਹੈ? ਤਾਂ ਕਿ ਤੁਸੀਂ ਚੰਗੇ ਬੰਦੇ ਬਣ ਜਾਓ। ਤੇ ਰੋਜ਼ੇ ਦਾ ਮਤਲਬ ਸਿਰਫ ਭੁੱਖਾ ਰਹਿਣਾ ਨਹੀਂ ਹੈ, ਲੋਕਾਂ ਨੂੰ ਚੰਗਿਆਈ ਦੇ ਪਾਸੇ ਤੋਰਨਾ। ਇੱਕ ਸਵਾਲ ਹਰ ਇੱਕ ਦੇ ਜ਼ਿਹਨ ਦੇ ਵਿੱਚ ਹੁੰਦਾ ਜ਼ਰੂਰ ਹੈ, ਕਈ ਜਣੇ ਪੁੱਛਦੇ ਨਹੀਂ ਹੈਗੇ ਕਿ ਇੱਥੇ ਰਿਸਟ੍ਰਿਕਸ਼ਨ ਤਾਂ ਨਹੀਂ ਹੈਗੀ ਕਿ ਹਾਂ ਵੀ ਜਿਵੇਂ ਕਹਿ ਦਿੰਦੇ ਨੇ ਜੀ ਔਰਤਾਂ ਨਹੀਂ ਰੱਖ ਸਕਦੀਆਂ ਹੈਗੀਆਂ ਜਾਂ ਮਰਦ ਹੀ ਰੱਖ ਸਕਦੇ ਨੇ, ਐਦਾਂ ਦਾ ਤਾਂ ਨਹੀਂ ਕਦੇ ਹੈਗਾ? ਨਹੀਂ 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 ਨਹੀਂ, ਔਰਤਾਂ ਔਰ ਮਰਦਾਂ ਦਾ ਕੋਈ ਇਹਦੇ 'ਚ ਮਸਲਾ ਨਹੀਂ ਹੈ। ਰਮਜ਼ਾਨ ਦਾ ਰੋਜ਼ਾ ਸਾਰਿਆਂ ਤੇ ਫਰਜ਼ ਕੀਤਾ ਗਿਆ, ਮਰਦਾਂ ਤੇ ਔਰਤਾਂ ਤੇ। ਸਿਰਫ ਦੋ ਕੈਟਾਗਰੀਆਂ, ਇੱਕ ਤਾਂ ਬਹੁਤ ਕੋਈ ਜ਼ਿਆਦਾ ਬਿਮਾਰ ਹੋਏ ਜਾਂ ਬਹੁਤ ਜ਼ਿਆਦਾ ਕੋਈ ਬੁੜਾ ਆਦਮੀ ਜਾਂ ਔਰਤ, ਉਹਦੇ ਲਈ ਹੁਕਮ ਹੈ ਕਿ ਵੀ ਉਹ ਰੋਜ਼ਾ ਛੱਡ ਸਕਦਾ ਹੈ। ਉੱਦਾਂ ਰੋਜ਼ਾ ਛੱਡਣ ਦਾ ਕੋਈ ਵੀ ਹੁਕਮ ਜਿਹੜਾ ਹੈ ਨਹੀਂ ਦਿੱਤਾ ਗਿਆ। ਤੇ ਹੁਣ ਰੋਜ਼ੇ ਰਖਵਾ ਕਿਉਂ ਰਹੇ ਹੈ? ਇਹਦੇ ਤੇ ਅਗਰ ਵਿਸਤਾਰ ਨਾਲ ਅਸੀਂ ਗੱਲ ਕਰੀਏ ਤੇ ਤੁਸੀਂ ਅਗਰ ਮੁਸਲਮਾਨਾਂ ਨੂੰ ਦੇਖੋਗੇ ਜਾਂ ਆਮ ਜੋ ਚਰਚਾ ਹੁੰਦੀ ਹੈ, ਕਈ ਲੋਕ ਇਹ ਸਮਝਦੇ ਵੀ ਪਾਣੀ ਪੀ ਲਿਆ ਤੇ ਰੋਜ਼ਾ ਟੁੱਟ ਜਾਣਾ। ਅੱਛਾ, ਇਹ ਤਾਂ ਲੌਜੀਕਲੀ ਪਤਾ ਹੀ ਹੈ ਕਿ ਰੋਜ਼ਾ ਜਿਹੜਾ ਹੈ ਇਹ ਐਸਾ ਵਰਤ ਹੈ ਕਿ ਇਹ 'ਚ ਸਵੇਰੇ ਸਰਗੀ ਵੇਲੇ, ਮਤਲਬ ਜਦੋਂ ਅੰਮ੍ਰਿਤ ਵੇਲਾ ਹੁੰਦਾ, ਜਦੋਂ ਹਜੇ ਸੂਰਜ ਨਹੀਂ ਨਿਕਲਿਆ ਹੁੰਦਾ, ਸੂਰਜ ਨਿਕਲਣ ਦੀ ਸੰਭਾਵਨਾ ਵੀ ਨਹੀਂ ਹੁੰਦੀ, ਥੋੜਾ ਥੋੜਾ ਚਾਨਣ ਹੁੰਦਾ, ਬਹੁਤ ਮਿੱਠਾ ਮਿੱਠਾ, ਉਹਨੂੰ ਆਪਾਂ ਪੰਜਾਬੀ 'ਚ ਅੰਮ੍ਰਿਤ ਵੇਲਾ ਕਹਿੰਦੇ। ਅੱਲਾ ਦਾ ਹੁਕਮ ਹੈ ਵੀ ਅੰਮ੍ਰਿਤ ਵੇਲੇ ਤੱਕ ਜੋ ਖਾ ਪੀ ਸਕਦੇ ਹੋ ਖਾ ਲਓ, ਉਸ ਤੋਂ ਬਾਅਦ ਨਹੀਂ ਕੁਝ ਖਾਣਾ। ਫਿਰ ਹੁਕਮ ਹੈ ਜਦੋਂ ਸੂਰਜ ਢਲ ਜਾਵੇ, ਵਾਪਸ ਚਲਾ ਜਾਏ, ਛੁਪ ਜਾਵੇ। ਅਗਰ ਆਪਾਂ ਦੇਖੀਏ ਤੇ ਭਾਰਤ ਦੇ ਵਿੱਚ ਵੀ ਪਿਛਲੇ ਤੋਂ 2-3 ਸਾਲਾਂ ਤੋਂ ਅਸੀਂ ਜਿਹੜੇ ਰੋਜ਼ੇ ਰੱਖ ਰਹੇ 14 ਘੰਟੇ ਦੇ, 15 ਘੰਟੇ ਦੇ, 16 ਘੰਟੇ ਦੇ ਰੋਜ਼ੇ, ਜਿਹੜੇ 16 ਘੰਟੇ ਭੁੱਖਾ ਰਹਿਣ ਦਾ ਹੁਕਮ, 16 ਘੰਟੇ ਪਾਣੀ ਵੀ ਨਹੀਂ ਪੀਣਾ, 16 ਘੰਟੇ ਕੁਝ ਖਾਣਾ ਨਹੀਂ। ਤੇ ਇਹ ਐਡੀ ਵੱਡੀ ਜਿਹੜੀ ਮੈਂ ਸਮਝਦਾ ਤਬਦੀਲੀ ਫਿਜ਼ੀਕਲੀ ਤੌਰ ਤੇ ਬੰਦੇ 'ਚ ਲਿਆਈ ਜਾਂਦੀ ਹੈ। ਉਹ ਵੀ ਲਗਾਤਾਰ 30 ਦਿਨ ਦੇ ਰਹੀ, ਲਗਾਤਾਰ 30 ਦਿਨ। ਇਹਦਾ ਲੌਜੀਕਲੀ ਮਤਲਬ ਇਹ ਹੈ ਕਿ ਕਈ ਕਹਿੰਦੇ ਪਾਣੀ ਪੀਣ ਨਾਲ ਰੋਜ਼ਾ ਟੁੱਟ ਜਾਂਦਾ। ਇਹ ਤਾਂ ਪਤਾ ਹੀ ਹੈ ਵੀ ਪਾਣੀ ਪੀਤਾ ਰੋਜ਼ਾ ਟੁੱਟ ਜਾਣਾ, ਕੁਝ ਖਾਧਾ ਰੋਜ਼ਾ ਟੁੱਟ ਜਾਣਾ। ਲੇਕਿਨ ਅੱਲਾ ਦੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਰੋਜ਼ਾ ਢਾਲ ਹੈ। ਤਲਵਾਰ ਦੇ ਨਾਲ ਢਾਲ ਹੁੰਦੀ ਹੈ ਨਾ ਜੀ, ਫਰਮਾਇਆ ਰੋਜ਼ਾ ਢਾਲ ਹੈ, ਮੋਮਿਨ ਦੇ ਲਈ, ਰੋਜ਼ੇਦਾਰ ਦੇ ਲਈ ਢਾਲ ਹੈ, ਜਦ ਤੱਕ ਉਹ ਇਹਨੂੰ ਫਾੜ ਨਹੀਂ ਦਿੰਦਾ। ਮਤਲਬ ਅਗਰ ਢਾਲ ਫਟ ਜਾਵੇ ਤੇ ਬੰਦਾ ਜ਼ਖਮੀ ਹੋ ਜਾਊਗਾ, ਜ਼ਾਹਿਰ ਜੀ ਗੱਲ ਹੈ, ਕੋਈ ਉੱਤੇ ਸੱਟ ਮਾਰੇਗਾ, ਢਾਲ ਜੇ ਫਟ ਗਈ ਤੇ ਜ਼ਖਮੀ ਹੈ। ਫਰਮਾਇਆ ਰੋਜ਼ਾ ਢਾਲ ਹੈ ਰੋਜ਼ੇਦਾਰ ਦੇ ਲਈ। ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਜਦ ਤੱਕ ਉਹਨੂੰ ਫਾੜ ਨਹੀਂ ਦਿੰਦਾ। ਫਟੇਗੀ ਕਿੱਦਾਂ? ਅਗਰ ਰੋਜ਼ਾ ਰੱਖ ਕੇ ਤੁਸੀਂ ਝੂਠ ਬੋਲਦੇ ਹੋ ਤੇ ਰੋਜ਼ਾ ਖਤਮ। ਰੋਜ਼ਾ ਰੱਖ ਕੇ ਅਗਰ ਤੁਸੀਂ ਹਰਾਮ ਦੇ ਪੈਸੇ ਜੇਬ 'ਚ ਪਾ ਰਹੇ ਹੋ, ਮਤਲਬ ਰਿਸ਼ਵਤ ਲੈ ਰਹੇ ਹੋ ਜਾਂ ਰਿਸ਼ਵਤ ਦੇ ਰਹੇ ਹੋ। ਰੋਜ਼ਾ ਰੱਖ ਕੇ ਅਗਰ ਤੁਸੀਂ ਆਪਣੇ ਮਾਂ-ਬਾਪ ਦੇ ਅੱਗੇ ਬਦਤਮੀਜ਼ੀ ਨਾਲ ਗੱਲ ਕਰਦੇ ਹੋ, ਰੋਜ਼ਾ ਰੱਖ ਕੇ ਅਗਰ ਤੁਸੀਂ ਗੁਆਂਢੀ ਨਾਲ ਰੜਕਾਂ ਕੱਢਦੇ ਹੋ, ਰੋਜ਼ਾ ਰੱਖ ਕੇ ਅਗਰ ਦਿਲ ਦੇ ਵਿੱਚ ਬੁਰਾਈ ਰੱਖਦੇ ਹੋ, ਇਹ ਫਿਜ਼ੀਕਲੀ ਤੌਰ ਤੇ ਭੁੱਖੇ ਰਹਿਣ ਦਾ ਹੁਕਮ ਤਾਂ ਆਇਆ ਕਿ ਜਿੱਦਾਂ ਹੀ ਮੈਂ ਹੁਣ ਰੋਜ਼ਾ ਰੱਖਿਆ ਤੇ ਮੈਂ ਸਵੇਰੇ ਸਰਗੀ ਕਰਕੇ ਨਮਾਜ਼ ਪੜ੍ਹ ਕੇ ਲੇਟ ਗਿਆ, 10 ਵਜੇ ਉੱਠਿਆ ਆਫਿਸ ਜਾਣ ਲਈ, ਤੇ ਮੈਂ ਸਮਝੋ ਕਿ ਅਗਰ ਪ੍ਰੈਕਟੀਕਲੀ ਕੋਈ ਇੱਕ ਦੋ ਗਲਤ ਕੰਮ ਕਰਦਾ ਵੀ ਹੋਇਆ, ਅਗਰ ਰਮਜ਼ਾਨ ਦੇ ਵਿੱਚ ਜਿੱਦਾਂ ਹੀ ਮੇਰੇ ਦਿਮਾਗ 'ਚ ਆਏਗਾ ਕਿ ਅੱਛਾ ਉਹ ਫਲਾਣੇ ਦੇ ਨਾਲ ਮੈਂ ਬੁਰਾਈ ਕਰਨੀ ਹੈ, ਫੌਰਨ ਮੈਨੂੰ ਆ ਢਿੱਡ ਯਾਦ ਦਿਲਾਉਂਦਾ ਕਿ ਸਟਮਕ ਅੱਜ ਤਾਂ ਖਾਲੀ ਹੈ ਤਾਂ ਕਿ ਤੂੰ ਕੁਝ ਅਲੱਗ ਕਰ ਰਿਹਾ ਹੈ। ਅਲੱਗ ਕੀ ਕਰ ਰਿਹਾ ਕਿ ਤੂੰ ਰੋਜ਼ਾ ਰੱਖਿਆ, ਅੱਲਾ ਨੇ ਵਾਅਦਾ ਕੀਤਾ ਕਿ ਅੱਜ ਤੂੰ ਗਲਤ ਕੰਮ ਨਹੀਂ ਕਰਨਾ। ਰੋਜ਼ਾ ਰੱਖ ਕੇ ਅਗਰ ਮੈਂ ਕਿਸੇ ਦੀ ਬੇਟੀ ਵੱਲ ਗੰਦੀ ਨਿਗਾਹ ਨਾਲ ਦੇਖ ਰਿਹਾ, ਫਿਰ ਮੈਨੂੰ ਯਾਦ ਆਏਗਾ ਕਿ ਮੈਂ ਰੋਜ਼ਾ ਰੱਖਿਆ, ਇਸਲਾਮ ਨੇ ਤਾਂ ਕਿਹਾ ਹਰਾਮ ਹੈ। ਰੋਜ਼ੇਦਾਰ ਦਾ ਕਿਸੇ ਦੇ ਵੱਲ ਗੰਦੀ ਨਿਗਾਹ ਨਾਲ ਦੇਖਣਾ ਵੀ ਉਹਦੇ ਰੋਜ਼ੇ ਨੂੰ ਫਾੜ ਦਿੰਦਾ ਹੈ, ਖਤਮ। ਰੋਜ਼ਾ ਇਕੱਲਾ ਭੁੱਖਾ ਰਹਿਣ ਦਾ ਨਾਮ ਥੋੜ੍ਹੀ। ਅਗਰ ਕਿਸੇ ਦੀ ਬੇਟੀ ਤੁਰੀ ਜਾਂਦੀ ਸੜਕ ਦੇ, ਉਹਦੇ ਵੱਲ ਸਤਿਕਾਰ ਮੰਗੋ, ਗਲਤੀ ਨਾਲ ਇੱਕ ਨਿਗਾਹ ਪੈ ਗਈ, ਉਸ ਤੋਂ ਬਾਅਦ ਦੁਬਾਰਾ ਅਗਰ ਉਹ ਬੁਰਾਈ ਦੀ ਨਿਗਾਹ ਨਾਲ ਉਹਨੂੰ ਦੇਖ ਰਿਹਾ ਹੈ ਤੇ ਰੋਜ਼ਾ ਟੁੱਟ ਗਿਆ। ਇਹਨੂੰ ਭੁਲੇਖਾ ਹੈ ਕਿ ਮੈਂ ਰੋਜ਼ਾ ਰੱਖਿਆ ਹੋਇਆ। ਅਗਰ ਇਹਨੇ ਆਪਣੀ ਬੀਵੀ ਦੇ ਨਾਲ ਬਦਤਮੀਜ਼ੀ ਕੀਤੀ ਜਾਂ ਬੀਵੀ ਜਿਹੜੀ ਹੈ ਤੇ ਉਹ ਆਪਣੇ ਸ਼ੌਹਰ ਦੇ ਨਾਲ ਨਾਜਾਇਜ਼ ਕਰਦੀ ਪਈ ਹੈ, ਫਿਰ ਕਹਿੰਦੀ ਮੈਂ ਰੋਜ਼ਾ ਰੱਖ ਰਹੀ ਹਾਂ, ਫਿਰ ਉਹ ਰੋਜ਼ਾ ਨਹੀਂ। ਰੋਜ਼ੇ ਦਾ ਮਤਲਬ ਤਾਂ ਸਾਨੂੰ ਭੁੱਖਿਆ ਰੱਖਿਆ ਗਿਆ ਤਾਂ ਕਿ ਫਿਰ ਹੁਣ ਅਸੀਂ ਡਿਸਿਪਲਿਨ ਸਮਝ ਜਾਈਏ ਕਿ ਅਸੀਂ ਅੱਜ ਔਨ ਡਿਊਟੀ ਹਾਂ। ਇਹ ਤਾਂ ਆਪਾਂ ਉੱਦਾਂ ਵੀ ਕਹਿ ਸਕਦੇ ਸੀ ਵੀ ਝੂਠ ਨਾ ਬੋਲੋ, ਸੱਚ ਬੋਲੋ, ਬੁਰਾ ਨਾ ਕਰੋ, ਇਮਾਨਦਾਰੀ ਨਾ ਖਾਓ। ਸਾਰੀ ਦੁਨੀਆ ਕਹਿੰਦੀ ਫਰਕ ਨਹੀਂ ਜਲਦੀ ਪੈਂਦਾ ਸੀ। ਭੁੱਖੇ ਰਹਿਣ ਨਾਲ ਕੀ ਹੈ, ਬਾਰ-ਬਾਰ ਉਹ ਗੱਲ ਸਾਹਮਣੇ ਆ ਰਹੀ ਹੈ। ਮੈਂ ਤਾਂ ਹੁਣ ਤੁਸੀਂ ਬੈਠੇ ਹੋ, ਅਸੀਂ ਮਸਜਿਦ ਦੇ ਵਿੱਚ ਬੈਠੇ, ਇਸਲਾਮ ਨੇ ਕਿਹਾ ਕਿ ਅਗਰ ਤੁਸੀਂ ਦੂਸਰੇ ਦੇ ਨਾਲ ਗੁਫ਼ਤਗੂ ਦੇ ਦੌਰਾਨ ਦਿਲ 'ਚ ਬੁਰਾਈ ਦਾ ਖਿਆਲ ਲੈਂਦੇ ਹੋ ਤੇ ਇਹਦਾ ਮਤਲਬ ਤੁਸੀਂ ਆਪਣਾ ਰੋਜ਼ਾ ਖਰਾਬ ਕਰ ਰਹੇ ਹੋ। ਮਤਲਬ ਕਿ ਲੋਕਾਂ ਨੂੰ ਸੱਭਿਅ ਬਣਾਉਣ ਦੇ ਲਈ,
ਸਮਾਜ ਨੂੰ, ਸਮਾਜ ਚੋਂ ਬੁਰਾਈ ਨੂੰ, ਬਦਮਾਸ਼ੀ ਨੂੰ, ਗੁੰਡਾਗਰਦੀ ਨੂੰ, ਸਮਾਜ ਚੋਂ ਕੜੱਤਨ ਨੂੰ, ਸਮਾਜ ਚੋਂ ਨਫ਼ਰਤ ਨੂੰ ਖਤਮ ਕਰਨ ਦੇ ਲਈ। ਅੱਛਾ 30 ਦਿਨ ਦਾ ਮਤਲਬ ਇਹ ਹੈ, ਮਿਸਾਲ ਦੇ ਤੌਰ ਤੇ ਤੁਸੀਂ ਮੈਨੂੰ ਕਹੋ ਕਿ ਮੇਰੀ ਹੈਬਿਟ ਹੈ ਮੈਂ ਸਵੇਰੇ 10 ਵਜੇ ਚਾਹ ਪੀਣੀ, ਮੈਂ ਵੀ ਕਹਾਂ ਜੀ ਮੇਰੀ ਆਦਤ ਹੈ ਜੀ ਸ਼ਾਮ ਨੂੰ ਮੈਂ ਇੰਨੇ ਵਜੇ ਫਲਾਂ ਫਰੂਟ ਖਾਣਾ ਜੀ, ਮੈਂ ਤਾਂ ਖਾਣਾ ਹੀ ਖਾਣਾ, ਕਿ ਜੀ ਅੱਗੇ ਪਿੱਛੇ ਹੋ ਗਿਆ, ਨਹੀਂ, ਆਦਤ ਖਰਾਬ। ਇਸਲਾਮ ਨੇ ਰੋਜ਼ਾ 30 ਦਿਨ ਦਾ ਤਾਂ ਰੱਖਿਆ। ਅੱਲਾਹ ਤਾਲਾ ਇਹ ਚਾਹੁੰਦੇ ਹੈ ਕਿ ਜਿਹੜੀਆਂ ਬੁਰੀਆਂ ਆਦਤਾਂ ਪਈਆਂ ਉਹ 30 ਦਿਨ 'ਚ ਖਤਮ ਹੋਣ। ਉਹਨਾਂ ਬੁਰੀਆਂ ਆਦਤਾਂ ਦੀ ਜਗ੍ਹਾ ਚੰਗੀ ਆਦਤਾਂ 30 ਦਿਨ 'ਚ ਤੁਹਾਡੀਆਂ ਬਣ ਜਾਣ। ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਲਗਾਤਾਰ 30 ਦਿਨ ਕੋਈ ਚੰਗਾ ਕੰਮ ਕਰੀ ਜਾਓਗੇ। ਫਿਰ ਰੋਜ਼ੇ ਤੋਂ ਬਾਅਦ ਵੀ ਤੁਸੀਂ ਦੇਖਦੇ ਹੋ ਮਸਜਿਦਾਂ ਭਰੀਆਂ ਹੀ ਹੁੰਦੀਆਂ, ਰੋਜ਼ਿਆਂ ਤੋਂ ਬਾਅਦ ਵੀ ਲੋਕ ਚੈਰਿਟੀ ਦਾ ਕੰਮ ਕਰਦੇ ਹੀ ਰਹਿੰਦੇ, ਉਹਦਾ ਅਸਰ ਰਹਿੰਦਾ ਅੱਗੇ ਕਈ ਮਹੀਨਿਆਂ ਤੱਕ। ਤੇ ਰੋਜ਼ਾ 30 ਦਿਨ ਰੱਖਿਆ ਹੀ ਤਾਂ ਗਿਆ ਤਾਂ ਕਿ ਸਾਨੂੰ ਨੇਕੀ ਕਰਨ ਦੀ ਆਦਤ ਪੈ ਜਾਏ। ਸੋ ਹੁਣ ਇਸ ਤੋਂ ਬਾਅਦ ਗੱਲ ਕਰਦੇ ਹਾਂ ਇਤਿਹਾਸ ਦੇ ਬਾਰੇ, ਜਾਮਾ ਮਸਜਿਦ ਦੇ ਇਤਿਹਾਸ ਦੇ ਬਾਰੇ। ਜਾਮਾ ਮਸਜਿਦ ਦੇ ਇਤਿਹਾਸ ਦੇ ਬਾਰੇ ਜਾਣੂ ਕਰਾਓ ਲੋਕਾਂ ਨੂੰ। ਲੁਧਿਆਣੇ ਦੇ ਲੋਕ ਜਿਹੜੇ ਇੱਥੋਂ ਨਿਕਲਦੇ ਜ਼ਰੂਰ ਨੇ, ਕਈਆਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈਗੀ, ਕਦੋਂ ਐਸਟੈਬਲਿਸ਼ ਕੀਤੀ ਗਈ ਸੀਗੀ, ਕੀ ਇਹਦਾ ਇਤਿਹਾਸ ਹੈ? ਇੱਦਾਂ ਪੰਜਾਬ ਦੇ ਇੱਕ ਬਹੁਤ ਵੱਡੇ ਬਜ਼ੁਰਗ ਗੁਜ਼ਰੇ ਨੇ, ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ। ਇਹ 17ਵੀਂ ਸਦੀ 'ਚ ਪੈਦਾ ਹੋਏ। ਲੁਧਿਆਣੇ ਜ਼ਿਲ੍ਹੇ 'ਚ ਇੱਕ ਪਿੰਡ ਹੈ ਬਲੀਆਵਾਲ, ਉੱਥੇ ਇਹਨਾਂ ਦਾ ਜਨਮ ਹੋਇਆ। ਉਸ ਵੇਲੇ ਸ਼ਾਹ ਵਲੀਉੱਲਾ ਮੁਹੱਦਿਸ ਦੇਲਵੀ ਇੱਕ ਬਹੁਤ ਵੱਡੇ ਭਾਰਤ ਦੇ ਇਮਾਮ ਗੁਜ਼ਰੇ ਨੇ, ਉਹ ਦਿੱਲੀ 'ਚ ਹੁੰਦੇ ਸੀ। ਇਹ ਉਹਨਾਂ ਕੋਲ ਪੜ੍ਹਨ ਲਈ ਗਏ, ਉੱਥੋਂ ਪੜ੍ਹ ਕੇ ਆਏ ਤੇ ਉਸ ਸਮੇਂ ਪੰਜਾਬ ਦੇ ਬੜੇ ਮਸ਼ਹੂਰ ਮੁਸਲਮਾਨ ਵਿਦਵਾਨਾਂ 'ਚੋਂ ਹੋਏ। ਲੁਧਿਆਣੇ ਦੇ ਵਿੱਚ ਅੰਗਰੇਜ਼ ਦਾ ਰਾਜ ਸੀ। ਅੰਗਰੇਜ਼ਾਂ ਦੇ ਰਾਜ ਦੇ ਦੌਰਾਨ ਅਫਗਾਨਿਸਤਾਨ ਦਾ ਜਿਹੜਾ ਬਾਦਸ਼ਾਹ ਸੀ ਸ਼ਾਹ ਸ਼ੁਜਾਉਲ ਮੁਲਕ, ਉਹਦੀ ਉੱਥੇ ਆਪਣੇ ਇੱਕ ਵਜ਼ੀਰ ਨਾਲ ਲੜਾਈ ਹੋ ਗਈ। ਵਜ਼ੀਰ ਨੇ ਉਸ ਬਾਦਸ਼ਾਹ ਨੂੰ ਹਰਾਤਾ ਜੰਗ ਦੇ ਵਿੱਚ, ਉਹਨੂੰ ਭੱਜਣਾ ਪਿਆ ਉੱਥੋਂ। ਉਹ ਬਾਦਸ਼ਾਹ ਅੰਗਰੇਜ਼ਾਂ ਦੇ ਨਾਲ ਦੋਸਤੀ ਰੱਖਦਾ ਸੀ। ਉਹ ਜਦੋਂ ਉੱਥੋਂ ਤੁਰਿਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਮਹਾਰਾਜਾ ਸਾਹਿਬ ਨਾਲ ਵੀ ਉਹਦੀ ਸਲਾਮ ਦੁਆ ਸੀਗੀ। ਉਹਨਾਂ ਨੇ ਉਹਨੂੰ ਪੇਸ਼ਕਸ਼ ਕੀਤੀ ਜਾਂ ਨਹੀਂ ਕੀਤੀ, ਇਹ ਇਤਿਹਾਸ ਦਾ ਇੱਕ ਅਲੱਗ ਮੌਜੂ ਹੈ। ਲੇਕਿਨ ਉਹ ਉਹਨਾਂ ਦੇ ਰਾਜ 'ਚੋਂ ਹੁੰਦਾ ਹੋਇਆ ਸਤਲੁਜ ਦੇ ਕੰਢੇ ਆ ਕੇ ਲੁਧਿਆਣੇ ਜਾਮਾ ਇੱਥੇ ਆ ਗਿਆ, ਲੁਧਿਆਣੇ ਸ਼ਹਿਰ ਦੇ ਵਿੱਚ। ਤੁਹਾਡਾ ਜਿਹੜਾ ਘੰਟਾ ਘਰ ਹੈ, ਇਹਦੇ ਪਿੱਛੇ ਜਨਰਲ ਪੋਸਟ ਆਫਿਸ ਹੈ ਸੈਂਟਰਲ, ਉਹਦੇ ਅੰਦਰ ਜਿਹੜੀ ਟੈਲੀਫੋਨ ਐਕਸਚੇਂਜ ਹੈ ਉਹ ਉਸ ਰਾਜੇ ਦਾ ਪੈਲਸ ਹੈ। ਕੀ ਸਮਝੋ, ਉਹਨੂੰ ਅੰਗਰੇਜ਼ ਨੇ ਲੁਧਿਆਣੇ ਦਾ ਆਰਡਨਰੀ ਬਾਦਸ਼ਾਹ, ਕਿਉਂਕਿ ਦੂਸਰੀ ਕੰਟਰੀ ਦਾ ਬਾਦਸ਼ਾਹ ਸੀ, ਅੰਗਰੇਜ਼ ਚਾਹੁੰਦਾ ਸੀ ਇਹ ਵਾਪਸ ਉੱਥੇ ਦਾ ਹੁਕਮਰਾਨ ਬਣੇ। ਸਮਝ ਗਏ ਨਾ? ਜਿੱਦਾਂ ਅੱਜ ਵੀ ਕਈ ਦੇਸ਼ ਜਿਹੜੇ ਹੈ ਦੂਸਰੇ ਦੇਸ਼ਾਂ 'ਚੋਂ ਆਏ ਹੋਏ ਰਾਜਨਾਇਕਾਂ ਨੂੰ ਕਹਿੰਦੇ ਕਿ ਵਾਕਈ ਤੁਸੀਂ ਉੱਥੇ ਦੀ ਰਾਸ਼ਟਰਪਤੀ ਹੋ, ਇੱਥੇ ਰਾਸ਼ਟਰਪਤੀ ਬਣ ਕੇ ਰਹੋ ਜਦ ਤੱਕ ਤੁਸੀਂ ਆਪਣੇ ਦੇਸ਼ 'ਚ ਨਹੀਂ ਜਾ ਸਕਦੇ। ਉਹ ਲੁਧਿਆਣੇ ਸਟੇਬਲ ਹੋ ਗਿਆ। ਅੰਗਰੇਜ਼ ਵੱਲੋਂ ਰੋਜ਼ ਉਹਨੂੰ ਬਤੌਰ ਬਾਦਸ਼ਾਹ ਤਸਲੀਮ ਕਰਕੇ ਦਰਬਾਰ ਲਾਇਆ ਜਾਂਦਾ ਸੀ। ਉਹਨੇ, ਇਹ ਮੈਂ ਕਹਾਣੀ ਤਾਂ ਸੁਣਾ ਰਿਹਾ ਉਹਨਾਂ ਦੀ ਤਾਂ ਕਿ ਇਹ ਪਤਾ ਲੱਗ ਜਾਏ ਵੀ ਜਾਮਾ ਮਸਜਿਦ ਬਣੀ ਕਿੱਦਾਂ। ਕੀ ਸਮਝ? ਹਾਂ, ਉਸ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਵੀ ਇੱਥੇ ਕੋਈ ਵੱਡਾ ਮੁਸਲਮਾਨ ਵਿਦਵਾਨ, ਕੋਈ ਬਜ਼ੁਰਗ ਹੈ। ਲੋਕਾਂ ਨੂੰ ਅੱਜ ਵੀ ਜਿਹੜੇ ਚੰਗੇ ਪਰਿਵਾਰ ਨੇ ਨਾ ਜੀ, ਆਪਾਂ ਵੀ ਹੈ, ਆਪਾਂ ਚਾਹੁੰਦੇ ਹੁੰਦੇ ਵੀ ਕੋਈ ਐਸਾ ਬੜਾ ਬੰਦਾ ਮਿਲ ਜਾਏ ਜਿਹੜਾ ਸਾਨੂੰ ਸੇਧ ਦੇਵੇ ਸਿੱਧੇ ਰਸਤੇ ਦੀ। ਅਗਲੇ ਨੇ ਕਿਹੜਾ ਸਾਨੂੰ ਮਾਲ ਦੌਲਤ ਦੇਣੀ ਹੁੰਦੀ, ਇਹ ਹੁੰਦਾ ਵੀ ਅਸੀਂ ਚਾਹੁੰਦੇ ਕੋਈ ਬਜ਼ੁਰਗ, ਕੋਈ ਪੀਰ, ਕੋਈ ਬਾਬਾ ਸਾਡੀ, ਅਸੀਂ ਉਹਦੀ ਛਤਰ ਛਾਇਆ 'ਚ ਰਹੀਏ, ਗਲਤ ਕੰਮ ਨਾ ਕਰੀਏ, ਕਦੀ ਕਦੀ ਚੱਲ ਜਾਇਆ ਕਰੀਏ, ਕੋਈ ਐਨਰਜੀ ਮਿਲ ਜਾਏ। ਤੇ ਉਹਨੇ ਪਤਾ ਕੀਤਾ ਤੇ ਪਤਾ ਲੱਗਿਆ ਜੀ ਬਲੀਆਵਾਲ 'ਚ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਰਹਿੰਦੇ, ਲੇਕਿਨ ਅੰਗਰੇਜ਼ਾਂ ਦੇ ਬੜੇ ਮੁਖਾਲਫ ਹੈ ਤੇ ਸਰਕਾਰ ਬਹੁਤ ਦਫਾ ਉਹਨਾਂ ਨੂੰ ਪੰਜਾਬ ਦਾ ਕਾਜ਼ੀ ਬਣਾਉਣ ਦੀ ਪੇਸ਼ਕਸ਼ ਕਰ ਚੁੱਕੀ ਹੈ, ਉਹ ਮੰਨਦੇ ਨੇ। ਬਾਦਸ਼ਾਹ ਜਿਹੜਾ ਸੀ, ਇਹ ਦੋ ਭਰਾ ਸੀ, ਸ਼ਾਹ ਸ਼ੁਜਾਉਲ ਮੁਲਕ, ਉਹਦਾ ਇੱਕ ਭਰਾ ਸੀ ਸ਼ਾਹ ਜ਼ਮਾਨ। ਇਹ ਦੋਨੋਂ ਫਿਰ ਬਲੀਆਵਾਲ ਗਏ, ਉਹਨਾਂ ਨੂੰ ਜਾ ਕੇ ਮਿਲੇ, ਆਪਣੀ ਗੁਜ਼ਾਰਿਸ਼ ਕੀਤੀ ਵੀ ਅਸੀਂ ਅਫਗਾਨਿਸਤਾਨ ਦੇ ਬਾਦਸ਼ਾਹ ਇੱਦਾਂ ਲੁਧਿਆਣੇ ਰਹਿ ਰਹੇ। ਉਹਨਾਂ ਨੇ ਇਹਨਾਂ ਨੂੰ ਆਪਣਾ ਮੁਰੀਦ ਬਣਾ ਲਿਆ, ਹਰ ਹਫਤੇ ਜਾਂਦੇ ਸੀ। ਅੱਛਾ, ਉੱਥੇ ਖਾਨਕਾ ਸੀ ਬਹੁਤ ਬੜੀ, ਪੂਰੇ ਪੰਜਾਬ ਤੋਂ ਜਗ੍ਹਾ ਜਗ੍ਹਾ ਤੋਂ ਲੋਕ ਆਉਂਦੇ ਸੀ। ਔਰ ਇਹ
ਜਿਹੜੇ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਹੈ, ਇਹ ਜੰਗੇ ਆਜ਼ਾਦੀ 'ਚ ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਰਹੇ। ਇਹ ਦੋਨਾਂ ਦੀ ਵੀ ਦੋਸਤੀ ਹੈ ਆਪਸ 'ਚ, ਅਗਰ ਤੁਸੀਂ ਨਾਮਧਾਰੀਆਂ ਦਾ ਇਤਿਹਾਸ ਚੱਕੋਗੇ। ਦੋ ਤਰ੍ਹਾਂ ਦੋਸਤੀ ਹੋ ਸਕਦੀ ਹੈ, ਇੱਕ ਤਾਂ ਦੋਨੋਂ ਜੰਗੇ ਆਜ਼ਾਦੀ ਦੇ ਮਹਾਨ ਨਾਇਕ ਸੀ ਔਰ ਦੋਨਾਂ ਦਾ ਪਿੰਡ ਵੀ ਨੇੜੇ ਨੇੜੇ, ਭੈਣੀ ਸਾਹਿਬ ਤੋਂ ਬਲੀਆਵਾਲ ਮੇਰਾ ਖਿਆਲ 7-8 ਮੀਲ ਦਾ ਫਾਸਲਾ ਜਿਹੜਾ ਉਹ ਬਲੀਆਵਾਲ ਸਤਲੁਜ ਦੇ ਕੰਢੇ ਦੇ ਉੱਤੇ। ਬਾਦਸ਼ਾਹ ਦਾ ਜਿਹੜਾ ਭਰਾ ਸੀ ਸ਼ਾਹ ਜ਼ਮਾਨ, ਬੜਾ ਰੱਬ ਨੂੰ ਮੰਨਣ ਵਾਲਾ ਸੀ, ਉਹ ਅੰਨਾ ਸੀਗਾ। ਉਹਨੇ ਇੰਨੀ ਰਿਕੁਐਸਟ ਕੀਤੀ ਜਾ ਜਾ ਕੇ ਕਿ ਕਹਿੰਦਾ ਜਨਾਬ ਤੁਸੀਂ ਪਿੰਡ 'ਚੋਂ ਨਿਕਲ ਕੇ ਸ਼ਹਿਰ 'ਚ ਆ ਜਾਓ, ਕਿ ਆਹ ਇੰਨੇ ਲੋਕ ਰੋਜ਼ਾਨਾ ਕਈ ਸੌ ਲੋਕ ਪੂਰੇ ਪੰਜਾਬ ਤੋਂ ਆਉਂਦੇ ਹੈ, ਪਹਿਲਾਂ ਸ਼ਹਿਰਾਂ 'ਚ ਪਹੁੰਚਦੇ, ਫਿਰ ਪੈਦਲ ਤੁਰ ਕੇ ਕਈ ਦਿਨ 'ਚ ਤੁਹਾਡੇ ਕੋਲ ਪਹੁੰਚਦੇ। ਤੁਸੀਂ ਅਗਰ ਸ਼ਹਿਰ 'ਚ ਆ ਜਾਓਗੇ ਤਾਂ ਜਿਹੜੀ ਸੂਬੇ ਦੇ ਬਾਕੀ ਜ਼ਿਲ੍ਹਿਆਂ 'ਚੋਂ ਜਨਤਾ ਆਉਂਦੀ ਇਹਨਾਂ ਨੂੰ ਥੋੜ੍ਹਾ ਆਰਾਮ ਹੋ ਜਾਏ। ਤੇ ਮੌਲਾਨਾ ਸ਼ਾਹ ਅਬਦੁਲ ਕਾਦਰ ਸਾਹਿਬ ਲੁਧਿਆਣਵੀ ਫਿਰ ਉਹਨਾਂ ਦੀ ਦਰਖਾਸਤ 'ਤੇ ਲੁਧਿਆਣੇ ਆਏ। ਬਾਦਸ਼ਾਹ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਮੈਨੂੰ ਆਪਣਾ ਚੇਲਾ ਘੋਸ਼ਿਤ ਕਰ ਦਿਓ। ਉਹ ਕਹਿੰਦੇ ਇੱਦਾਂ ਨਹੀਂ, 40 ਦਿਨ ਰੋਜ਼ਾਨਾ ਤੈਨੂੰ ਮੇਰੀ ਮਸਜਿਦ 'ਚ ਆ ਕੇ ਅਜ਼ਾਨ ਦੇਣੀ ਹੋਏਗੀ। ਫਿਰ ਮੈਨੂੰ ਅਜੇ ਲੱਗਿਆ ਵੀ ਤੂੰ ਨਿਮਾਣਾ ਹੋ ਗਿਆ, ਤਾਂ ਉਹ ਬਾਦਸ਼ਾਹ ਇਹਨਾਂ ਦਾ ਮੁਰੀਦ ਹੋ ਗਿਆ। ਤੇ ਜਿਹੜੀ ਉਹਨੇ ਸ਼ਾਹੀ ਮਸਜਿਦ ਬਣਾਈ, ਜਿੱਥੇ ਆਪਣਾ ਘੰਟਾ ਘਰ ਚੌਂਕ, ਘਾਹ ਮੰਡੀ ਚੌਂਕ ਹੈ ਜਿੱਥੇ, ਉੱਥੇ ਸ਼ਾਹੀ ਮਸਜਿਦ ਹੁੰਦੀ ਸੀ ਕਾਰਪੋਰੇਸ਼ਨ ਦੇ ਦਫ਼ਤਰ ਦੇ ਨਾਲ। ਤੇ ਜਦੋਂ ਉਹਨੇ ਸ਼ਾਹੀ ਮਸਜਿਦ ਬਣਾਈ, ਉਹਨਾਂ ਦਿਨਾਂ ਦੇ ਵਿੱਚ ਕੀ ਹੋਇਆ ਕਿ ਬਾਦਸ਼ਾਹ ਦੀ ਜਿਹੜੀ ਇੱਕ ਸ਼ਹਿਜ਼ਾਦੀ ਸੀ, ਉਹਨੇ ਚਿੱਠੀ ਲਿਖੀ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਨੂੰ। ਇਹ ਬੜਾ ਇੰਟਰਸਟਿੰਗ ਕਿੱਸਾ ਹੈ। ਤੇ ਉਹਨੇ ਲਿਖਿਆ ਕਿ ਵੀ ਇਹ ਬਾਦਸ਼ਾਹ ਸਾਡਾ ਵਿਆਹ ਹੀ ਨਹੀਂ ਕਰਦਾ, ਅਸੀਂ 40-40 ਸਾਲ ਦੀਆਂ ਹੋ ਗਈਆਂ। ਤੇ ਇਹ ਕਹਿੰਦਾ ਵੀ ਅਗਰ ਕਿਤੇ ਵਿਆਹਾਂਗੇ ਤੇ ਸਾਡੀ ਬੇਇੱਜ਼ਤੀ ਹੈ। ਪੁਰਾਣੇ ਟਾਈਮ 'ਚ ਅੱਜ ਵੀ ਲੋਕੀ ਗੈਰਤ ਦੇ ਨਾਂ 'ਤੇ ਧੀ ਪੁੱਤ ਕਤਲ ਕਰ ਦਿੰਦੇ, ਕਈ ਮਾਂ ਪਿਓ ਦੇ ਸਮਝ ਨਹੀਂ ਆਉਂਦੀ ਜਦੋਂ ਗੱਲ, ਤੇ ਉਹ ਗੋਲੀ ਮਾਰਦੇ। ਅੱਜ ਵੀ ਹਜੇ ਵੀ ਇਹ ਰਿਵਾਜ ਦੋਨੋਂ ਪੰਜਾਬਾਂ ਦੇ ਵਿੱਚ ਜਾਂ ਭਾਰਤ ਦੇ ਕਈ ਹਿੱਸਿਆਂ 'ਚ ਹਜੇ ਵੀ ਹੈ। ਤੇ ਉਹ ਕਹਿੰਦੀ ਇਹ ਤਾਂ ਸਾਡਾ ਵਿਆਹ ਹੀ ਨਹੀਂ ਕਰਦਾ। ਤੇ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਨੂੰ ਪਤਾ ਲੱਗਿਆ ਤੇ ਉਹ ਬਾਦਸ਼ਾਹ ਦੇ ਦਰਬਾਰ 'ਚ ਹੀ ਪਹੁੰਚ ਗਏ। ਦਰਬਾਰ ਲੱਗਿਆ ਸੀ, ਅੰਗਰੇਜ਼ ਡਿਪਟੀ ਕਮਿਸ਼ਨਰ ਵੀ ਬੈਠੇ ਹੋਏ ਸੀ, ਬਾਹਰਲੇ ਵਿਦੇਸ਼ਾਂ ਦੇ ਏਲਚੀ ਵੀ ਆਏ ਹੋਏ ਸੀ। ਬਾਦਸ਼ਾਹ ਉੱਠ ਕੇ ਖੜਾ ਹੋ ਗਿਆ ਕਿ ਮੇਰੇ ਪੀਰ ਬਾਬਾ ਜੀ ਆਏ ਨੇ। ਉਹਨੇ ਪੁੱਛਿਆ ਜਨਾਬ ਕਿੱਦਾਂ ਆਏ? ਫਰਮਾਇਆ ਅੱਜ ਕਿਸੇ ਖਾਸ ਕੰਮ ਲਈ ਨਹੀਂ ਆਇਆ, ਮੈਂ ਇਹ ਪੁੱਛਣ ਆਇਆ ਵੀ ਤੂੰ ਆਪਣੀ ਧੀਆਂ ਦਾ ਵਿਆਹ ਕਾਹਤੇ ਨਹੀਂ ਕਰਦਾ। ਤੇ ਉਹਨੂੰ ਇੰਨਾ ਗੁੱਸਾ ਆਇਆ, ਉਹਨੇ ਆਪਣੀ ਸ਼ਮਸ਼ੀਰ ਚੱਕ ਲਈ ਤੇ ਤਲਵਾਰ ਕੱਢ ਲਈ। ਕਹਿੰਦਾ ਤੁਹਾਡੀ ਇੰਨੀ ਜ਼ਰੂਰਤ ਵੀ ਤੁਸੀਂ ਸ਼ਹਿਜ਼ਾਦੀਆਂ ਦਾ ਨਾਮ ਖੁੱਲੇ ਦਰਬਾਰ 'ਚ ਲੈਤਾ। ਜਿਹੜੇ ਗੈਰਤਮੰਦ ਲੋਕ ਹੁੰਦੇ ਆ ਉਹ ਤਾਂ ਇਹ ਵੀ ਗਵਾਰਾ ਨਹੀਂ ਕਰਦੇ ਵੀ ਉਹਨਾਂ ਦੀ ਬੇਟੀ ਦਾ ਨਾਮ 50 ਲੋਕਾਂ ਦੇ ਵਿੱਚ ਲਿੱਤਾ ਜਾਏ। ਹੁਣ ਤਾਂ ਬੜਾ ਸ਼ਿੱਦਤ ਨਾਲ ਗੁੱਸਾ ਆਇਆ। ਕਹਿੰਦਾ ਤੁਸੀਂ ਤਾਂ, ਮੈਂ ਤੁਹਾਡੀ ਪੀਰ ਨਹੀਂ ਰਿਹਾ ਹੁਣ ਤੂੰ ਸਾਡਾ, ਵੀ ਤੇਰੀ ਇੰਨੀ ਹਿੰਮਤ ਹੋ ਗਈ ਵੀ ਤੂੰ। ਜਦੋਂ ਅੱਗੇ ਵਧਿਆ ਮੌਲਾਨਾ ਸ਼ਾਹ ਅਬਦੁਲ ਕਾਦਰ ਸਾਹਿਬ ਲੁਧਿਆਣਵੀ ਨੂੰ ਮਾਰਨ ਲਈ, ਤੇ ਸ਼ਾਹ ਜੀ ਨੇ ਗਰਜ ਕੇ ਕਿਹਾ ਕਿ ਕੀ ਗੱਲ, ਤੇਰੀ ਧੀ ਮੁਹੰਮਦੁਰ ਰਸੂਲੁੱਲਾਹ ਦੀ ਧੀ ਤੋਂ ਜ਼ਿਆਦਾ ਕੀਮਤੀ ਹੈ? ਮਤਲਬ ਜਿਹੜੇ ਸਾਡੇ ਨਬੀ ਨੇ, ਜਿਨ੍ਹਾਂ ਨੇ ਪੂਰੀ ਦੁਨੀਆ 'ਚ ਇਸਲਾਮ ਵਰਗਾ ਧਰਮ ਚਲਾਤਾ, ਵੀ ਉਹਨਾਂ ਦੀ ਬੇਟੀ ਤੋਂ ਜ਼ਿਆਦਾ ਕੀਮਤੀ ਹੈ? ਜਦ ਇਹ ਗੱਲ ਸੁਣੀ ਤਲਵਾਰ ਹੱਥੋਂ ਛੁੱਟ ਗਈ, ਰੋਣ ਲੱਗ ਪਿਆ, ਪੈਰ ਹੀ ਪੈ ਗਿਆ। ਫਰਮਾਇਆ ਜਦ ਅੱਲਾਹ ਤਾਲਾ ਦੇ ਨਬੀ ਨੇ ਆਪਣੀ ਬੇਟੀ ਨੂੰ ਰਹਿਮਤ ਦੱਸਿਆ, ਜਦ ਉਹਨਾਂ ਨੇ ਆਪਣੀ ਬੇਟੀ ਨੂੰ ਤੋਰਿਆ, ਨਿਕਾਹ ਕੀਤਾ, ਤੂੰ ਕੌਣ ਹੁੰਦਾ ਧੀਆਂ 'ਤੇ ਜ਼ੁਲਮ ਕਰਨਾ? ਜਰਨਲ ਐਡਵਾਇਰ ਨੇ ਵੀ ਇਹ ਕਿੱਸਾ ਲਿਖਿਆ ਹੈ, ਸਰ ਵਿਲੀਅਮ ਨੇ ਵੀ ਇਹ ਕਿੱਸਾ ਲਿਖਿਆ ਹੈ। ਪੂਰੀ ਰਿਆਸਤਾਂ 'ਚ ਰੌਲਾ ਪੈ ਗਿਆ ਵੀ ਇੱਕ ਐਸਾ ਲੁਧਿਆਣੇ ਇਮਾਮ ਹੈਗਾ ਜਿਹਨੇ ਬਾਦਸ਼ਾਹ ਨੂੰ ਮਜਬੂਰ ਕਰਤਾ ਕਿ ਆਪਣੀ ਧੀਆਂ ਵਿਆਹੋ। ਸਾਰੀ ਰਿਆਸਤਾਂ ਨੂੰ ਵਿਆਹਣੀਆਂ ਪਈਆਂ, ਕੱਲਾ ਮੁਸਲਮਾਨਾਂ ਦਾ ਪੰਗਾ ਨਹੀਂ ਸੀ, ਬਾਕੀ ਵੀ ਰੋਕੀ ਬੈਠੇ ਸੀ ਆਪਣੀਆਂ। ਹੈਦਰਾਬਾਦ ਦੱਖਣ ਤੱਕ ਜਿੰਨੇ ਰਿਆਸਤਾਂ ਦੇ ਰਾਜੇ ਰੋਕੀ ਬੈਠੇ ਸੀ ਨਾ, ਉਹਨਾਂ ਨੂੰ ਧੜਕੂ ਲੱਗ ਗਿਆ। ਅੰਗਰੇਜ਼ ਨੇ ਬਕਾਇਦਾ ਇਸ ਗੱਲ ਨੂੰ ਨੋਟ ਕੀਤਾ ਭਾਰਤ ਦੇ ਇਤਿਹਾਸ, ਇਸ ਕਿੱਸੇ ਨੂੰ। ਇਹ ਜਿਹੜਾ ਅਸੀਂ ਸ਼ਾਹੀ ਇਮਾਮ ਬਣੇ ਆ, ਕਈ ਇਮਾਮ ਬਾਹਰੋਂ ਨੌਕਰੀ ਕਰਨ ਲਈ ਆਏ, ਉਹ ਤਾਂ ਬਣੇ, ਇਹਦਾ ਧੀ ਨੂੰ ਉਹਦਾ ਹੱਕ ਦਿਵਾਇਆ, ਬਾਦਸ਼ਾਹ ਪੈਰੀ ਪੈ ਗਿਆ, ਤਾਂ ਉਹਨੇ ਲੁਧਿਆਣੇ ਦੀ ਸ਼ਾਹੀ ਇਮਾਮ ਦੀ ਜਿਹੜੀ ਮਸਜਿਦ ਦੀ ਪਦਵੀ, ਉਹਦੀ ਮੁਤਵੱਲੀਅਤ ਜਿਹੜੀ ਹੈ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਨੂੰ ਦਿੱਤੀ। ਆਈ ਗੱਲ ਸਮਝ? ਮਤਲਬ ਇਹ ਬਾਦਸ਼ਾਹ ਦੇ ਨਾਲ ਸੱਚੀ ਗੱਲ ਕਰਨ ਦੇ ਨਤੀਜੇ 'ਚ ਤੋਹਫਾ ਜਿਹੜਾ ਹੈ ਇਸ ਪਰਿਵਾਰ ਨੂੰ ਮਿਲ ਗਿਆ। ਔਰ ਮੈਂ ਉਸ ਪਰਿਵਾਰ ਦੀ ਅੱਜ 8ਵੀਂ ਨਸਲ ਦੇ ਵਿੱਚ ਤੁਹਾਡੇ ਨਾਲ ਗੁਫ਼ਤਗੂ ਜਿਹੜਾ ਹੈ ਉਹ ਕਰ ਰਿਹਾ। ਮੇਰਾ ਨਾਮ ਮੁਹੰਮਦ ਉਸਮਾਨ ਲੁਧਿਆਣਵੀ ਹੈ।
ਮੇਰੇ ਵਾਲਿਦ ਸਾਹਿਬ ਦਾ ਨਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ ਹੈ। ਉਹਨਾਂ ਦੇ ਵਾਲਿਦ ਦਾ ਨਾਮ ਮੁਫਤੀ ਮੁਹੰਮਦ ਅਹਿਮਦ ਰਹਿਮਾਨੀ ਲੁਧਿਆਣਵੀ ਹੈ। ਉਹਨਾਂ ਦੇ ਵਾਲਿਦ ਦਾ ਨਾਮ ਰਈਸੁਲ ਅਹਿਰਾਰ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਹੈ। ਉਹਨਾਂ ਦੇ ਵਾਲਿਦ ਦਾ ਨਾਮ ਮੌਲਾਨਾ ਸ਼ਾਹ ਮੁਹੰਮਦ ਜ਼ਕਰੀਆ ਲੁਧਿਆਣਵੀ ਹੈ। ਉਹਨਾਂ ਵਾਲਿਦ ਦਾ ਨਾਮ ਮੌਲਾਨਾ ਸ਼ਾਹ ਮੁਹੰਮਦ ਲੁਧਿਆਣਵੀ ਹੈ ਤੇ ਮੌਲਾਨਾ ਸ਼ਾਹ ਮੁਹੰਮਦ ਲੁਧਿਆਣਵੀ ਦੇ ਪਿਓ ਦਾ ਨਾਮ ਸ਼ਾਹ ਅਬਦੁਲ ਕਾਦਰ ਲੁਧਿਆਣਵੀ, ਜਿਹਨੇ ਬਾਦਸ਼ਾਹ ਨੂੰ ਮਜਬੂਰ ਕੀਤਾ ਇਸਲਾਮ ਦੇ ਮੁਤਾਬਿਕ ਸੱਚੇ ਰਸਤੇ ਦੇ ਉੱਤੇ ਚੱਲਣ ਦੇ। ਤੁਸੀਂ ਇੰਨਾ ਕੁਝ ਯਾਦ ਕਰੀ ਫਿਰ ਰਹੇ ਹੋ। ਕਈਆਂ ਨੂੰ ਹੁਣ ਗ੍ਰੈਂਡਫਾਦਰ ਆਪਦੇ ਦਾਦੇ ਦਾ ਨਾਮ ਪੁੱਛ ਲਓ, ਉਹਨਾਂ ਨੂੰ ਨਾਮ ਨਹੀਂ ਚੇਤੇ। ਹੁਣ ਤੁਸੀਂ ਸਾਰਾ ਕੁਝ ਇਤਿਹਾਸ ਦਾ ਜਿਹੜਾ ਆ ਮੂੰਹ ਜ਼ਬਾਨੀ ਰੱਟੀ ਫਿਰਦੇ ਹੋ। ਦੇਖੋ, ਇਹ ਮੈਂ ਸਮਝਦਾ ਕਿ ਆਉਣ ਵਾਲੀ ਨਸਲਾਂ ਨੂੰ ਦੱਸਣ ਦੇ ਲਈ ਕਿ ਅਸੀਂ ਕੌਣ ਹੈ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ, ਆਪਣੇ ਪੁਰਖਾਂ ਨੂੰ, ਆਪਣੇ ਬੜਿਆਂ ਨੂੰ ਭੁੱਲ ਜਾਵੇ, ਉਹਨਾਂ ਦਾ ਤਾਂ ਫਿਰ ਪਿੱਛੇ ਪਿਛੋਕੜ ਕੁਝ ਨਹੀਂ ਹੁੰਦਾ। ਯਾਦ ਰੱਖਣਾ ਚਾਹੀਦਾ। ਹਾਂ, ਮੈਂ ਇੱਕ ਵਾਰ ਤੁਹਾਨੂੰ ਦੇਖਿਆ ਸੀਗਾ, ਮੈਂ ਜਾਮਾ ਮਸਜਿਦ ਦੇ ਅੰਦਰ ਜਦੋਂ ਐਂਟਰ ਕੀਤਾ ਆ ਤਾਂ ਉਸ ਸਮੇਂ ਤੁਸੀਂ ਐਂਟਰ ਕਰ ਰਹੇ ਸੀਗੇ ਤਾਂ ਮੂਹਰੇ ਕਬਰ ਬਣੀ ਹੋਈ ਹੈ 2 ਤੇ ਤੁਸੀਂ ਉਹਨਾਂ ਕੋਲ ਬੈਠ ਕੇ 2 ਮਿੰਟ ਬੈਠੇ, ਸਜਦਾ ਕੀਤਾ ਤੁਸੀਂ, ਉਸ ਤੋਂ ਬਾਅਦ ਐਂਟਰ ਕੀਤੇ ਹੋ। ਤੁਸੀਂ ਹਮੇਸ਼ਾ ਹੀ ਇੱਦਾਂ ਕਰਦੇ ਹੋ। ਪਹਿਲਾਂ ਉਸ ਦੇ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਉੱਥੇ ਬੈਠਦੇ ਹੋ, ਸਜਦਾ ਕਰਦੇ ਹੋ, ਕਿਉਂ ਕਰਦੇ ਹੋ? ਅਸਲ ਦੇ ਵਿੱਚ ਕੀ ਹੈ, ਜਾਮਾ ਮਸਜਿਦ 'ਚ ਐਂਟਰ ਕਰਦੇ ਜਿਹੜੀ ਕਬਰ ਹੈ ਉਹ ਮੇਰੇ ਵਾਲਿਦ ਸਾਹਿਬ ਹਜ਼ਰਤ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ ਦੀ ਹੈ, ਜਿਨ੍ਹਾਂ ਦਾ ਹੁਣੀ ਮੇਰਾ ਸ਼ੁਰੂ ਤੋਂ ਬਚਪਨ ਤੋਂ ਅਸੂਲ ਰਿਹਾ, ਜਦੋਂ ਵੀ ਘਰ ਆਉਣਾ ਤੇ ਉਹ ਇੱਥੇ ਬੈਠੇ ਹੁੰਦੇ ਸੀ ਤੇ ਆਪਣੇ ਦਫ਼ਤਰ 'ਚ ਬਹਿਣ ਤੋਂ ਪਹਿਲਾਂ ਆ ਕੇ ਉਹਨਾਂ ਕੋਲ ਬਹਿਣਾ। ਹੁਣ ਉਹ ਹੈ ਨਹੀਂ ਤੇ ਉਹਨਾਂ ਦੀ ਕਬਰ ਬਸ ਸਹੀ। ਹੁਣ ਯਾਦ ਤੁਹਾਨੂੰ ਬਹੁਤ ਆਉਂਦੀ ਹੋਣੀ ਹੈ ਕਦੇ ਵੀ ਉਹਨਾਂ ਦੇ ਕਿੱਸੇ, ਵੀ ਜਦੋਂ ਪੰਜਾਬ ਦੀ ਗੱਲ ਕਰਨੀ ਹੈ ਜਾਂ ਲੁਧਿਆਣੇ ਦੀ ਗੱਲ ਕਰਨੀ ਹੈ ਜਾਂ ਕਦੇ ਪਰਿਵਾਰ ਦੀ ਗੱਲ ਕਰਨੀ ਹੈ ਤਾਂ ਉਸ ਵੇਲੇ? ਹਾਂ, ਉਹਨਾਂ ਨੇ ਸਾਨੂੰ ਇੱਕ ਗੱਲ ਬੜੀ ਸਮਝਾਈ ਠੋਕ ਕੇ। ਸਾਨੂੰ ਬਾਰ-ਬਾਰ ਕਹਿੰਦੇ ਹੁੰਦੇ ਸੀ ਕਿ ਪੰਜਾਬੀ ਮਾਂ ਬੋਲੀ ਦਾ ਬੜਾ ਖਿਆਲ ਰੱਖਣਾ। ਆਮ ਲੋਕੀ ਜਿਹੜੇ ਧਰਮੀ ਹੈ ਨਾ, ਕਈ ਅਲੱਗ-ਅਲੱਗ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਬੋਲੀਆਂ ਨੂੰ ਧਰਮ ਦੇ ਹਿਸਾਬ ਨਾਲ ਵੰਡਣ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਮੈਂ ਮੁਸਲਮਾਨ ਹਾਂ, ਮੈਂ ਚਾਹੁੰਦਾ ਕਿ ਨਹੀਂ ਜੀ ਅਸੀਂ ਸਭ ਕੁਝ ਉਰਦੂ 'ਚ ਹੀ ਤਿਆਰ ਕਰੀਏ, ਹਰ ਸ਼ੈ ਉਰਦੂ 'ਚ ਹੀ ਹੋਣੀ ਚਾਹੀਦੀ। ਮਸਜਿਦ ਦਾ ਨਾਂ ਵੀ ਲਿਖਵਾਉਂਦੇ ਸੀ ਤੇ ਪਹਿਲਾਂ ਕਹਿੰਦੇ ਹੁੰਦੇ ਵੀ ਇਹਨੂੰ ਪੰਜਾਬੀ 'ਚ। ਤੁਸੀਂ ਅਗਰ ਮਸਜਿਦ ਦਾ ਬਾਹਰ ਬੋਰਡ ਵੀ ਦੇਖੋਗੇ ਤੇ ਉਹ 'ਚ ਪਹਿਲਾਂ ਪੰਜਾਬੀ ਲਿਖੇਗੀ, ਬਾਅਦ 'ਚ ਉਰਦੂ ਲਿਖੇਗੀ। ਇਸ ਲਈ ਉਹਨਾਂ ਦੀ ਕਬਰ ਦੇ ਉੱਤੇ ਵੀ ਜਿਹੜਾ ਬੋਰਡ ਲੱਗਾ ਹੋਇਆ ਹੈ ਉਹਦੇ ਵਿੱਚ ਪੰਜਾਬੀ ਜਿਹੜੀ ਹੈ ਉਹਨੂੰ ਖਾਸ ਜਗ੍ਹਾ ਦਿੱਤੀ ਗਈ ਹੈ। ਮੈਂ ਸਮਝਦਾ ਕਿ ਜਿਹੜੀ ਮਾਂ ਬੋਲੀ ਹੁੰਦੀ ਹੈ, ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅਸੀਂ ਜਿਹੜੇ ਵੀ ਇੱਕ ਸੂਬੇ ਦੇ ਲੋਕ ਹੁੰਦੇ ਹਾਂ, ਚਾਹੇ ਯੂਪੀ ਦੇ ਹੋਣ, ਬਿਹਾਰ ਦੇ ਹੋਣ, ਗੁਜਰਾਤ ਦੇ ਹੋਣ, ਹਿਮਾਚਲ ਦੇ ਹੋਣ, ਇਹ ਜਿੰਨੇ ਅਲੱਗ-ਅਲੱਗ ਧਰਮਾਂ ਦੇ ਲੋਕ ਨੇ, ਇਹਨਾਂ ਨੂੰ ਕਿਹੜੀ ਚੀਜ਼ ਹੈ ਜਿਹੜੀ ਆਪਸ 'ਚ ਜੋੜਦੀ ਹੈ? ਅਗਰ ਆਪਾਂ ਕਹੀਏ ਇਹ ਸਾਰੇ ਧਰਮਾਂ ਵਾਲੇ ਇੱਕ ਧਰਮ ਨੂੰ ਤਾਂ ਨਹੀਂ ਮੰਨਦੇ, ਸਾਰੇ ਧਰਮਾਂ ਵਾਲੇ ਇੱਕ ਚੀਜ਼, ਇੱਕ ਲਿਖਾਈ ਨੂੰ ਨਹੀਂ ਮੰਨਦੇ, ਸਿਰਫ ਸਾਡੀ ਇੱਕ ਮਿੱਟੀ, ਦੂਜੀ ਸਾਡੀ ਮਾਂ ਬੋਲੀ। ਤੁਸੀਂ ਅਮਰੀਕਾ ਚਲੇ ਜਾਓ ਤੇ ਪੰਜਾਬੀ ਬੋਲਣ ਵਾਲਾ ਮਿਲ ਜਾਏ, ਭਾਵੇਂ ਮੁਸਲਮਾਨ ਮਿਲ ਜਾਏ, ਭਾਵੇਂ ਸਿੱਖ ਮਿਲ ਜਾਏ, ਭਾਵੇਂ ਹਿੰਦੂ ਮਿਲ ਜਾਏ, ਭਾਵੇਂ ਦਲਿਤ ਮਿਲ ਜਾਏ, ਭਾਵੇਂ ਜੈਨੀ ਮਿਲ ਜਾਏ, ਇੱਕ ਵਾਰੀ ਤੁਹਾਡੀ ਰੂਹ ਖੁਸ਼ ਹੋ ਜਾਊਗੀ ਪੰਜਾਬੀ ਭਰਾ ਮਿਲ ਗਿਆ। ਤੇ ਇਸ ਲਈ ਮੈਂ ਸਾਰਿਆਂ ਨੂੰ, ਤੇ ਸਿਰਫ ਪੰਜਾਬੀਆਂ ਹੀ ਨੂੰ ਨਹੀਂ, ਕਈ ਲੋਕ ਇੱਥੇ ਆ ਕੇ ਬਸੇ, ਮੈਂ ਉਹਨਾਂ ਨੂੰ ਵੀ ਕਿਹਾ ਕਿ ਆਪਣੀ ਮਾਂ ਬੋਲੀ ਨਾ ਛੱਡਿਓ। ਆਪਣਾ ਜਿਹੜਾ ਪਿਛੋਕੜ ਹੈ, ਜਿੱਥੋਂ ਆਏ ਹੋ, ਕੋਈ ਗੱਲ ਨਹੀਂ, ਅਗਰ ਬਸ ਵੀ ਗਏ ਹੋ, ਲੇਕਿਨ ਆਪਣਾ ਪਿਛੋਕੜ, ਆਪਣੀ ਸਭਿਅਤਾ, ਆਪਣੀ ਮਾਂ ਬੋਲੀ ਨੂੰ ਜਾਤੀ ਫੜ ਕੇ ਰੱਖੋਗੇ ਨਾ, ਤੇ ਮੈਂ ਸਮਝਦਾ ਤੁਹਾਡੀਆਂ ਜੜ੍ਹਾਂ ਇੰਨੀਆਂ ਕੁ ਮਜ਼ਬੂਤ ਹੋਣਗੀਆਂ ਕਿ ਜਿੰਨੇ ਮਰਜ਼ੀ ਤੂਫਾਨ ਆਈ ਜਾਣ, ਤੁਹਾਡੀ ਕੋਈ ਜੜ ਨਹੀਂ ਪੱਟ ਸਕੇਗਾ। ਜੀ, ਮੇਰਾ ਅਖੀਰਲਾ ਸਵਾਲ ਹੈ ਕਿ ਜਾਮਾ ਮਸਜਿਦ ਤੋਂ ਜਿਹੜਾ ਜੋ ਵੀ ਫੈਸਲਾ ਹੁੰਦਾ ਹੈ ਪੰਜਾਬ ਭਰ ਦੇ ਵਿੱਚ ਜਾਂ ਪੂਰੀ ਦੁਨੀਆ ਭਰ ਦੇ ਵਿੱਚ ਜਾਂਦਾ ਹੈ, ਜਦੋਂ ਵੀ ਤੁਸੀਂ ਕੋਈ ਫੈਸਲਾ ਕਰਦੇ ਹੋ, ਕਦੇ ਵੀ ਕੋਈ ਅਜਿਹਾ ਅਹਿਮ ਫੈਸਲਾ ਹੋਵੇ, ਤਾਂ ਹੁਣ ਸ਼ਾਹੀ ਮਾਂ ਪੰਜਾਬ ਹੋ ਤੁਸੀਂ, ਤੁਹਾਨੂੰ ਲੱਗਿਆ ਕੋਈ ਅਜਿਹਾ ਇੱਕ ਫੈਸਲਾ ਜਿਹੜਾ ਆ ਹਾਲੇ ਵੀ ਰਹਿੰਦਾ ਵਾ ਜਾਂ ਕਰਨ ਵਾਲਾ ਆ, ਜੋ ਤੁਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ ਜਾਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਜਾਂ ਭਾਰਤ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਵੀ ਇੱਦਾਂ ਹੋਣਾ ਚਾਹੀਦਾ ਹੈ? ਦੇਖੋ, ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਹੀ, ਅਸੀਂ ਅਕਸਰ ਮਸਜਿਦ 'ਚ ਬੈਠ ਕੇ ਬਹੁਤ ਫੈਸਲੇ ਕਰਦੇ ਹਾਂ ਔਰ ਜੋ ਕੁਝ ਹੁੰਦਾ ਹੈ ਉਹ ਤੋਂ ਸਿੱਖਦੇ ਵੀ ਹਾਂ। ਮਿਸਾਲ ਦੇ ਤੌਰ 'ਤੇ, ਸਿੱਖਿਅਕ ਤੌਰ 'ਤੇ ਅਸੀਂ ਸਾਰੀ ਮਸਜਿਦਾਂ 'ਚ ਪੜ੍ਹਾਈ ਦਾ ਇੰਤਜ਼ਾਮ ਕੀਤਾ ਹੈ। ਪਿੱਛੇ ਜੇ ਕਰਨਾਟਕ 'ਚ ਹਿਜਾਬ ਦਾ ਮਾਮਲਾ ਆਇਆ, ਸਾਡੀ ਜਿਹੜੀ ਕੁੜੀ ਮਿਸ ਯੂਨੀਵਰਸ ਬਣੀ, ਉਹਨੇ ਇੱਕ ਗੱਲ ਕਹੀ ਕਿ ਇਹ ਜਿੱਦਾਂ ਜੀਣਾ ਚਾਹੁੰਦੀ ਹੈ ਇਹਨਾਂ ਨੂੰ ਜੀਣ ਦਿਓ। ਲੇਕਿਨ ਮੈਂ ਲੁਧਿਆਣੇ ਦੇ ਮੁਸਲਮਾਨਾਂ ਦੀ ਇੱਕ ਮੀਟਿੰਗ ਬੁਲਾਈ, ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਕੀ ਸਮਝਦੇ ਹੋ ਵੀ ਧਰਨੇ ਲਾਉਣ ਨਾਲ ਤੁਹਾਡਾ ਮਸਲਾ ਹੱਲ ਹੋ ਜਾਏਗਾ? ਜਿਹੜੇ ਵੀ ਰੰਗ ਔਰ ਨਸਲ ਔਰ ਕੌਮ ਔਰ ਮਜ਼ਹਬ ਦੇ ਲੋਕ ਜਿਸ ਤਰੀਕੇ ਦੇ ਨਾਲ ਪੜ੍ਹਨਾ ਚਾਹੁੰਦੇ ਨੇ, ਤੇ ਉਹਨਾਂ ਨੂੰ ਪੜ੍ਹਾਏਗਾ ਕੌਣ? ਉਹਨਾਂ ਨੂੰ ਤੁਸੀਂ ਆਪ ਪੜ੍ਹਾਉਣਾ। ਤੇ ਇਹਨਾਂ ਨੂੰ ਮੈਂ ਕਿਹਾ ਧਰਨੇ ਨਾ ਲਾਓ, ਆਪਣਾ ਵਧੀਆ ਸਕੂਲ, ਆਪਣੇ ਕਾਲਜ ਆਪ ਬਣਾਓ, ਤਾਂ ਕਿ ਜਿੱਥੇ ਤੁਹਾਨੂੰ ਆਪਣੇ ਪਹਿਨਾਵੇ 'ਚ ਪੜ੍ਹਾਈ ਦੇ ਦੌਰਾਨ ਕੋਈ ਦਿੱਕਤ ਨਾ ਹੋਵੇ। ਤੇ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਮੈਂ ਇਹ ਸਮਝਦਾ ਕੋਈ ਵੀ ਧਰਮ ਹੋਵੇ, ਉਹਨਾਂ ਨੇ ਜਦ ਆਪਣੇ ਬੱਚਿਆਂ ਨੂੰ ਆਪਣੀ ਸਿੱਖਿਆ ਦੇਣੀ ਵੀ ਜ਼ਰੂਰੀ ਹੈ। ਅਗਰ ਕੋਈ ਬੰਦਾ ਸਿੱਖ ਹੈ
ਤੇ ਕੀ ਉਹਨੂੰ ਗੁਟਕਾ ਸਾਹਿਬ ਨਾ ਪੜ੍ਹਨਾ ਆਉਂਦਾ ਹੋਵੇ, ਉਹਨੂੰ ਪਤਾ ਹੀ ਨਾ ਹੋਵੇ ਬਾਣੀ 'ਚ ਕੀ ਲਿਖਿਆ ਤੇ ਉਹ ਕਿੱਦਾਂ ਸਿੱਖ ਬਣੇਗਾ। ਬੱਚਿਆਂ ਨੂੰ ਆਉਣਾ ਚਾਹੀਦਾ ਨਾ ਜੀ, ਤੇ ਉਹਨਾਂ ਦੀ ਤਾਲੀਮ ਦਾ ਪ੍ਰਬੰਧ ਹੋਣਾ ਚਾਹੀਦਾ। ਕੋਈ ਸਨਾਤਨ ਧਰਮ 'ਚ ਹੈ ਤੇ ਉਹਨੂੰ ਯਾਦ ਹੋਣਾ ਚਾਹੀਦਾ ਵੀ ਕੀ ਮੇਰੇ ਜੋ ਵੀ ਸ਼ਾਸਤਰਾਂ 'ਚ ਲਿਖਿਆ ਵੀ ਕੀ ਹੋਵੇ। ਜਦ ਤੱਕ ਉਹਦੇ 'ਚ ਧਰਮ ਦੀ ਸਿੱਖਿਆ ਅੰਦਰ ਹੀ ਨਹੀਂ ਵੜੇਗੀ, ਤੇ ਆ ਦੂਜੀ ਸਿੱਖਿਆ ਨੇ ਤਾਂ ਸਾਨੂੰ ਇਹ ਸਮਝਾਇਆ ਵੀ ਇੰਗਲੈਂਡ ਅਮਰੀਕਾ ਜਾਓ, ਮਾਂ ਪਿਓ ਨੂੰ ਇੱਥੇ ਛੱਡ ਜਾਓ। ਇਹ ਕੈਰੀਅਰ ਦੀ ਗੱਲ ਕਰਦੇ ਹਾਂ, ਅਸੀਂ ਕਰੈਕਟਰ ਦੀ ਗੱਲ ਕਰਦੇ ਹਾਂ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਦੁਨੀਆ ਜਿਹੜੀ ਹੈ ਨਾ, ਇਹਦਾ ਕਲਾਵਾ ਬਹੁਤ ਵੱਡਾ ਹੈ, ਤੇ ਅਸੀਂ ਇੱਕ ਦੂਸਰੇ ਨੂੰ ਆਜ਼ਾਦੀ ਦੇ ਲਈ, ਆਜ਼ਾਦੀ ਦਾ ਮਤਲਬ ਇਹ ਕਿ ਦੂਸਰੇ ਨੂੰ ਇਹ ਹੱਕ ਦਈਏ ਕਿ ਉਹ ਆਪਣੇ ਮੁਤਾਬਕ ਜੀਏ। ਇਸਲਾਮ ਦੀ ਵਿਆਖਿਆ 'ਚ ਲਿਖਿਆ ਹੈ ਕਿ ਖੁਦਾ ਦੀ ਇਬਾਦਤ, ਇੱਕ ਰਸੂਲ ਨੂੰ ਮੰਨਣ ਦੇ ਨਾਲ ਨਾਲ ਦੂਸਰੇ ਬੰਦੇ ਨੂੰ ਸਤਿਕਾਰ ਦੇਣਾ। ਮਿਸਾਲ ਦੇ ਤੌਰ ਤੇ ਤੁਸੀਂ ਸਰਦਾਰ ਹੋ ਤੇ ਮੈਂ ਤੁਹਾਨੂੰ ਇਸੀ ਪਹਿਨਾਵੇ 'ਚ ਸਤਿਕਾਰ ਦੇਵਾਂ ਕਿਉਂਕਿ ਇਹ ਤੁਹਾਨੂੰ ਅੱਛਾ ਲੱਗਦਾ ਹੈ, ਤੁਹਾਡੇ ਗੁਰੂ ਸਾਹਿਬ ਦਾ ਹੁਕਮ ਹੈ। ਅਗਰ ਕੋਈ ਬੰਦਾ ਘੇਰਵੇ ਕੱਪੜੇ ਪਾ ਕੇ ਆ ਗਿਆ ਤੇ ਮੈਨੂੰ ਉਹਦੇ 'ਚ ਅੱਛਾ ਲੱਗਣਾ ਚਾਹੀਦਾ, ਔਰ ਮੈਂ ਅਗਰ ਇਸ ਸੂਰਤ 'ਚ ਕਿਸੇ ਕੋਲ ਜਾ ਰਿਹਾ ਤੇ ਉਹ ਮੈਨੂੰ ਕੜੱਤਨ ਨਾਲ ਨਾ ਦੇਖੇ। ਤੇ ਇਹੀ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਕਿ ਦੁਨੀਆ 'ਚ ਅੱਜ ਦੇ ਟਾਈਮ 'ਚ ਅਗਰ ਕੋਈ ਕੜੱਤਨ ਖਤਮ ਕਰ ਸਕਦਾ ਹੈ ਤੇ ਮੇਰੇ ਹਿਸਾਬ ਨਾਲ ਉਹ ਪੰਜਾਬੀ ਹੈ। ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਜੀ। ਸਵਦੇਰੀ ਅਪਡੇਟਸ ਜੋੜੋ ਦਾ ਟਾਈਮਸ ਨਾਲ ਕੈਮਰਾਮੈਨ ਦੀ ਪੱਕੀਵਾ ਦੇ ਨਾਲ ਗੁਰਦੀਪ ਸਿੰਘ ਲੰਮੇ ਲੁਧਿਆਣਾ।